पग पंकज बंदन पग पंकज बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गावो श्री अर्जन बिघ्नन के नाशक बिघ्नन के नाशक श्री हर गोबिंद शुभ सुमत प्रकाशक श्री हर राय नमो कर नमो कर गुरु हर कृष्ण मनाए बहारे गुरु तेग बहादुर परम कृपाला परम कृपाला श्री गुरु गोबिंद सिंह विसाला धरो धरा पर पुन पुन सीसा पुन पुन सीसा बंद हूँ बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक ओंकार सतगुरु तेह प्रसाद सच होए वाहेगुरु जी की फतेह विघ्न विनाशन सोए तन तन सच्चे पातशाह गरीब नवाज अंतरजामी दीन दुनिया दे मालिक चबर छतर तखत दे मालिक दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह महान खुशियां वरताउण वाले मेहरां करन वाले बख्शिशां करन वाले सदा ही दासां गरीबां दे उत्ते बख्शिशां करन वाले महान सच्चे पातशाह जी महाराज तन तन सच्चे पातशाह राजन के राजा महाराजन के महाराजा दयालु कृपालु सच्चे पातशाह जी महाराज समर्थ सतगुरु परतख सतगुरु दीन दयाल कृपाल अंतरजामी पूरन पार ब्रह्म परमेश्वर तन तन सच्चे पातशाह जी महाराज हाजरा हजूर जहरा जहूर सर्ब कला भरपूर धन धन श्री गुरु ग्रंथ साहिब जी महाराज श्री गुरु ग्रंथ साहिब जी महाराज बड़े ही प्रेम दे नाल आप सब कहो जी धन धन श्री गुरु ग्रंथ साहिब जी महाराज धन श्री गुरु ग्रंथ साहिब जी महाराज सच्चे पातशाह धन श्री गुरु ग्रंथ साहिब महाराज जी तिन्हां दी पवित्र हाजूरी दे अंदर सुभाएमान हो के गुरबाणी दा रस पीना कीर्तन आप जी गुरु सवारियां पासों बड़े ही प्रेम दे नाल सरवण कर रहे सी जिस कीर्तन विच सच्चे पातशाह महाराज जी ने परमेश्वर जी दे सोहणे रूप दा वर्णन कीता ओ कीर्तन सरवण कर रहे सी भगत नामदेव साहब जी ने बहुत सोहना जो उचारण कीता ओ कीर्तन आप जी सरवण कर रहे सी आओ सारी संगत बड़े प्रेम दे नाल दोवें हाथ जोड़ के गज के फतेह बुलाओ जी वाहिगुरु जी का खालसा वाहिगुरु जी की फतेह फिर आखो जी वाहिगुरु जी का खालसा वाहिगुरु जी की फतेह सच्चे पातशाह गरीब नवाज मीरी पीरी दे मालिक सतगुरु श्री गुरु हरगोबिंद साहिब जी महाराज
ਬੜੇ ਹੀ ਪ੍ਰੇਮ ਦੇ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਹਰ ਰੋਜ਼ ਹੀ ਤੁਸੀਂ ਗੁਰੂ ਘਰ ਦਾ ਪਵਿੱਤਰ ਇਤਿਹਾਸ ਸੁਣ ਰਹੇ ਹੋ। ਲਗਭਗ 1.5 ਸਾਲ ਤੋਂ ਵੱਧ ਸਮਾਂ ਹੋ ਗਿਆ ਗੁਰੂ ਜੀ ਦਾ ਪਵਿੱਤਰ ਇਤਿਹਾਸ ਸੁਣਦੇ ਹਾਂ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਸੁਣਦੇ ਹਾਂ ਜੀ। ਲਗਭਗ 1.5 ਸਾਲ ਤੇ ਟੀਵੀ ਤੇ ਚੱਲਦਿਆਂ ਤਕਰੀਬਨ 8-9 ਮਹੀਨੇ ਹੋ ਗਏ ਹੋਣਗੇ ਜੀ। ਸੰਗਤਾਂ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦਾ ਪਵਿੱਤਰ ਇਤਿਹਾਸ ਸੁਣ ਰਹੀਆਂ ਨੇ। ਸੰਗਤ ਜੀ, ਆਪ ਜੀ ਨੇ ਸੁਣਿਆ ਕੱਲ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨੇ ਉਧਰ ਕਾਲੇ ਖਾਂ, ਪੈਂਦੇ ਖਾਂ, ਅਨਵਰ ਖਾਂ ਤੇ ਕੁਤਬ ਖਾਂ, ਇਹ ਸਾਰੇ ਹੀ ਕਿਸ ਤਰੀਕੇ ਨਾਲ ਗੁਰੂ ਘਰ ਹਮਲਾ ਕਰਨਾ ਉਹ ਸੋਚ ਰਹੇ ਨੇ। ਇਹ ਦੁਸ਼ਟ ਚੌਂਕੜੀ ਬੈਠੀ ਹੈ ਤੇ ਦੁਸ਼ਟ ਚੌਂਕੜੀ ਕੂੜ ਕਮਾ ਰਹੀ ਹੈ। ਜਿਸ ਗੁਰੂ ਘਰ ਵਿੱਚ ਆ ਕੇ ਹੱਥ ਜੋੜਨ ਨਾਲ, ਸਿਰ ਝੁਕਾਉਣ ਨਾਲ, ਸੇਵਾ ਕਰਨ ਦੇ ਨਾਲ ਬਹੁਤ ਕੁਝ ਪ੍ਰਾਪਤ ਹੁੰਦਾ ਜੀ, ਉੱਥੇ ਇਹ ਮੂਰਖ ਲੋਕ ਹਮਲਾ ਕਰਨ ਆ ਰਹੇ ਜੀ। ਹਾਂਜੀ, ਤੁਸਾਂ ਸੁਣਿਆ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਜੀ। ਕਰ ਕਰਾ ਕੇ ਇਹ ਵਿਚਾਰ ਬਣਾਈ ਵੀ ਰਾਤ ਨੂੰ ਹਮਲਾ ਕਰੀਏ ਜੀ। ਪਰ ਕੁਤਬ ਖਾਂ ਬੜਾ ਸਿਆਣਾ ਨਿਕਲਿਆ। ਉਹ ਕਹਿਣ ਲੱਗਾ ਹਮਲਾ ਕਰੋ ਦਿਨੇ ਤੇ ਹਮਲਾ ਕਰੋ ਰਾਤ ਨੂੰ, ਜਦੋਂ ਮਰਜ਼ੀ ਹਮਲਾ ਕਰੋ। ਤੁਸੀਂ ਇਹ ਸੋਚਣ ਦੇ ਹੋ ਵੀ ਰਾਤ ਨੂੰ ਹਮਲਾ ਕਰਕੇ ਗੁਰੂ ਜੀ ਨੂੰ ਫੜ ਲਵਾਂਗੇ, ਇਹ ਗੱਲ ਭੁੱਲ ਜਾਓ। ਕਿਉਂ? ਉਹ ਬੜੇ ਵੱਡੇ ਸਮਰੱਥ ਨੇ, ਬੜੇ ਵੱਡੇ ਯੋਧੇ ਨੇ। ਉਹਨਾਂ ਕੋਲੋਂ ਜਿੱਤਣਾ, ਉਹਨਾਂ ਨੂੰ ਫੜਨਾ ਬਹੁਤ ਔਖੀ ਗੱਲ ਹੈ। ਫਿਰ ਵੀ ਕਹਿੰਦੇ ਉਹ ਰਾਤ ਨੂੰ ਹਮਲਾ ਕਰ ਲੈਣੇ। ਉਧਰੋਂ ਧੀਰਮਲ ਦੀ ਚਿੱਠੀ ਆ ਗਈ ਜੀ। ਤੁਸੀਂ ਇਹ ਵੀ ਸੁਣਿਆ, ਧੀਰਮਲ ਆਪਣੀ ਜਾਨ ਬਚਾਉਣ ਬਾਰੇ ਸੋਚਣ ਦਿਆ ਜੀ। ਗੁਰੂ ਤੇ ਭਰੋਸਾ ਨਹੀਂ ਹੈਗਾ ਜੀ। ਗੁਰੂ ਹਰਗੋਬਿੰਦ ਸਾਹਿਬ ਸਮਰੱਥ ਨੇ, ਭਰੋਸਾ ਨਹੀਂ ਹੈਗਾ, ਆਪਣੀ ਜਾਨ ਬਚਾਉਣ ਬਾਰੇ ਸੋਚਣ ਦਿਆ ਜੀ। ਤੁਸੀਂ ਉਹ ਵੀ ਗੱਲ ਸੁਣੀ ਜੀ ਸਾਰੀ। ਹਾਂਜੀ, ਹੁਣ ਸਾਰੀ ਸੈਨਾ ਤੁਰ ਪਈ। ਕੱਲ ਤੁਸੀਂ ਸੁਣਿਆ ਜੀ, ਲਗਭਗ 52,000 ਫੌਜ ਤੇ ਕਾਲੇ ਖਾਂ ਨਾਲ ਹੈ ਜੀ, 11,000 ਫੌਜ ਕੁਤਬ ਖਾਂ ਨਾਲ ਹੈ, 12,000 ਫੌਜ ਪੈਂਦੇ ਖਾਂ ਦੇ ਨਾਲ ਹੈ। ਉਹਦੇ ਤੋਂ ਇਲਾਵਾ ਵੀ ਪਠਾਨ ਆਏ, ਆਸੇ ਪਾਸੇ ਹੋਰ ਤੁਰਕ ਆ ਗਏ ਜੀ। ਲਗਭਗ ਲੱਖ ਕੁ ਬੰਦਾ ਇਕੱਠਾ ਹੋ ਗਿਆ ਜੀ, ਜਿਨ੍ਹਾਂ ਗੁਰੂ ਜੀ ਉੱਤੇ ਹਮਲਾ ਕਰਨ ਦਾ ਵਿਚਾਰ ਬਣਾ ਲਿਆ। ਫੌਜਾਂ ਤੁਰ ਪਈਆਂ ਜੀ। ਤੁਸੀਂ ਸੁਣਿਆ ਕਿਸ ਤਰੀਕੇ ਨਾਲ ਸ਼ਰਾਬਾਂ ਪੀ ਕੇ ਭੈੜੀ ਬੋਲ ਬੋਲਣ ਦੇ ਸੀਗੇ ਉਹ ਜੀ। ਬਹੁਤ ਕੁਝ ਹੋਇਆ ਜੀ। ਜਦੋਂ ਉਹ ਰਾਤ ਨੂੰ ਤੁਰੇ ਨਾ ਜੀ, ਵਿਚਾਰ ਬਣਾ ਕੇ ਕਿ ਰਾਤ ਨੂੰ ਜਾ ਕੇ ਉਹਨਾਂ ਇਹ ਵਿਚਾਰ ਕੀਤੀ ਵੀ ਰਾਤੀ ਜਾ ਕੇ ਤੇ ਕੋਈ ਨਗਾਰਾ ਨਹੀਂ ਵਜਾਉਣਾ ਕਰਤਾਰਪੁਰ ਸਾਹਿਬ ਦੇ ਲਾਗੇ, ਤੇ ਸੁੱਤੇ ਪਿਆਂ ਉੱਤੇ ਨਹੀਂ ਜਿਵੇਂ ਹਮਲਾ ਕਰੀਦਾ ਜੀ, ਉਵੇਂ ਹਮਲਾ ਕਰਾਂਗੇ। ਨਗਾਰੇ ਵੱਜਣਗੇ, ਉਹ ਜਾਗ ਜਾਣਗੇ। ਨਗਾਰੇ ਵੀ ਨਹੀਂ ਵਜਾਉਣੇ ਤੇ ਵੈਸੇ ਹੀ ਹਮਲਾ ਕਰ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਏਡੇ ਪਾਪੀ ਜੀ, ਇਹ ਕੋਈ ਲੜਨ ਥੋੜੀ ਦੇ ਜੀ, ਇਹ ਤੇ ਬਾ ਆਪਣੀ ਜਾਨ ਜੀ ਬਚਾਉਂਦੇ। ਪਤਾ ਜੇ ਅਗਲੇ ਜਾਗ ਗਏ ਤੇ ਉਹਨਾਂ ਨੇ ਹਾਲ ਕਰ ਦੇਣਾ ਇਹਨਾਂ ਨੂੰ ਜੀ। ਹਾਂਜੀ, ਕਹਿੰਦੇ ਨਗਾਰਾ ਵੀ ਨਹੀਂ ਵਜਾਉਣਾ। ਰਸਤੇ ਵਿੱਚ ਕੁਤਬ ਖਾਂ ਦਾ ਭਰਾ ਇਹਨਾਂ ਨੂੰ ਮਿਲਿਆ ਜੀ। ਕੁਤਬ ਖਾਂ ਦਾ ਭਰਾ ਜਿਹੜਾ, ਉਹ ਵੀ ਉਹੋ ਜਿਹਾ ਹੀ ਨਿਕਲਿਆ ਜੀ। ਕੁਤਬ ਖਾਂ ਇਹ ਕਹਿਣ ਲੱਗਾ, ਉਹਦਾ ਭਰਾ ਇਹ ਗੱਲ ਕਹਿਣ ਲੱਗਾ, ਜਿਹਦਾ ਨਾਂ ਸਾਧ ਸੰਗਤ ਜੀ ਇਤਿਹਾਸਕਾਰਾਂ ਨੇ ਮਲਕ ਦਾ ਅਵਤਾਰ ਲਿਖਿਆ ਜੀ। ਮਲਕ ਦਾ ਅਵਤਾਰ ਕਹਿਣ ਲੱਗਾ ਮੈਂ ਵੀ ਆਪਣੀ ਫੌਜ ਮਿਲਾਉਣਾ ਜੀ। ਉਹਦੀ ਫੌਜ ਮਿਲਾ ਕੇ ਲੱਖ ਪੂਰੀ ਹੋ ਚੱਲੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਇੰਨੀ ਫੌਜ ਇਕੱਠੀ ਹੋ ਗਈ ਜੀ। ਤੇ ਪਤਾ ਕਿੱਥੇ ਆਏ ਜੀ? ਛੋਟੇ ਮੀਰ ਪਿੰਡ ਵਿੱਚ ਆਏ ਜੀ। ਤੁਸੀਂ ਸੁਣੀ ਸਾਖੀ ਨਾ ਜੀ, ਜਦੋਂ ਉਹ ਕਾਂ ਵਾਲੀ ਗੱਲ ਆਈ ਸੀਗੀ ਤੇ ਬਾਬਾ ਬਿਧੀ ਚੰਦ ਜੀ ਨੇ ਸਿੱਖ ਨੂੰ ਬਖਸ਼ਾਇਆ ਸੀਗਾ ਤੇ ਸਤਿਗੁਰੂ ਨੂੰ ਛੋਟੇ ਮੀਰ ਪਿੰਡ ਲੱਗੇ ਸੀਗੇ। ਮਹਾਰਾਜ ਨੇ ਕਿਹਾ ਸੀ ਸਾਡੇ ਸਿੱਖ ਕਿਉਂ ਨਰਕਾਂ 'ਚ ਜਾਣ, ਨਰਕਾਂ 'ਚ ਜਾਣਾ ਤੇ ਇਸ ਪਿੰਡ ਦੇ ਬੰਦੇ ਜਾਣ ਜਿਨ੍ਹਾਂ ਦੇ ਅੰਦਰ ਕਪਟ ਹੈਗਾ। ਕਹਿਣ ਲੱਗੇ ਹਾਂਜੀ, ਨਰਕਾਂ 'ਚ ਜਾਣ ਅਸਮਾਨ ਖਾਂ ਵਰਗੇ ਜਿਹਦੇ ਅੰਦਰ ਕਪਟ ਹੈਗਾ। ਕਹਿਣ ਲੱਗੇ ਸੰਗਤ ਜੀ, ਇਸ ਪਿੰਡ ਦਾ ਬਹੁਤ ਨੁਕਸਾਨ ਹੋਇਆ ਜੀ। ਫਿਰ ਲੱਖ ਬੰਦੇ ਦੀ ਫੌਜ ਜਿਸ ਪਿੰਡ ਵਿੱਚ ਆ ਜੇ, ਤੁਹਾਨੂੰ ਪਤਾ ਘਰ ਘੁਰ ਢਹਿ ਜਾਂਦੇ ਜੀ ਉੱਥੇ। ਹਾਂਜੀ, ਧੂੜ ਹੀ ਧੂੜ ਉੱਡੀ ਜੀ ਬੜੀ ਘੋੜਿਆਂ ਦੀ। ਲਗਭਗ ਇਸ ਪਿੰਡ ਦੀ ਤਬਾਹੀ ਹੋ ਚੁੱਕੀ ਸੀ ਛੋਟੇ ਮੀਰ ਦੀ ਜੀ। ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਵਿਸਾਖੀ ਆਪਾਂ ਆਰੰਭ ਕਰਨੀ ਹੈ
ਪਰ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ ਤੇ ਜ਼ਿੰਦਗੀ 'ਚ ਅਸਰ ਰੱਖਣ ਵਾਲੀ ਗੱਲ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿਸ ਪਿੰਡ ਵਿੱਚ ਮਾੜੇ ਲੋਕ ਰਹਿੰਦੇ ਨੇ ਉਸ ਪਿੰਡ ਦਾ ਭਲਾ ਹੋਣਾ ਬਹੁਤ ਮੁਸ਼ਕਲ ਹੈ ਜੀ। ਜਿਸ ਪਿੰਡ ਵਿੱਚ ਮਾੜੇ ਲੋਕ ਰਹਿੰਦੇ ਜਿਨ੍ਹਾਂ ਦੀ ਮਾਤੀ ਬੜੀ ਭੈੜੀ ਜੀ, ਉਸ ਪਿੰਡ ਦਾ ਭਲਾ ਹੋਣਾ ਬਹੁਤ ਮੁਸ਼ਕਲ ਹੈ। ਤੇ ਦੂਜੇ ਬੰਨੇ ਜਿੱਥੇ ਨਾਮ ਜਪਣ ਵਾਲੇ ਰਹਿੰਦੇ, ਸਤਿਗੁਰੂ ਕਹਿੰਦੇ ਉਹਨਾਂ ਦੇ ਸਰੀਰ ਦੀ ਗੱਲ ਛੱਡੋ, ਉਹਨਾਂ ਦੇ ਪਿੰਡ ਹੀ ਪਵਿੱਤਰ ਹੋ ਜਾਂਦੇ ਜੀ, ਜਿਨ੍ਹਾਂ ਦੇ ਜਿਹੜੇ ਨਾਮ ਜਪਣ ਵਾਲੇ ਜੀ। ਤੇ ਜਿੱਥੇ ਰਹਿੰਦੇ ਮਾੜੇ ਲੋਕ ਜੀ, ਉੱਥੇ ਫਿਰ ਭਲਾ ਘੱਟ ਹੁੰਦਾ ਜੀ ਉੱਥੋਂ ਦੇ ਲੋਕਾਂ ਦਾ ਜੀ। ਹੁਣ ਸੁਣੋ ਅੱਗੋਂ ਕੀ ਬਣਦਾ ਜੀ। ਬਹੁਤ ਸਾਰੀਆਂ ਫੌਜਾਂ ਲੈ ਕੇ ਰਾਤ ਨੂੰ ਤੁਰ ਪਏ ਨੇ ਜੀ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਬਰ ਮਿਲ ਗਈ ਜੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਫੌਜਾਂ ਆ ਰਹੀਆਂ ਸਾਡੇ ਤੇ, ਲਗਭਗ 1 ਲੱਖ ਫੌਜ ਹੈ। ਹੁਣ ਤੱਕ ਦੀਆਂ ਜੰਗਾਂ ਵਿੱਚ ਸਭ ਤੋਂ ਵੱਧ ਫੌਜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆ ਰਹੇ ਨੇ, ਵਾਹਿਗੁਰੂ ਸੁਣ ਰਹੇ ਨੇ। ਹੁਣ ਸੁਣੋ ਕੀ ਹੋ ਰਿਹਾ। ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰ ਖਾਣ ਪਾਣ ਸਾਵਧਾਨ ਵੀਰ, ਕਰਤਾਰਪੁਰੇ ਚਹੁ ਦਿਸਨ ਭੀਰ। ਸੱਚੇ ਪਾਤਸ਼ਾਹ ਨੇ ਸੂਰਮਿਆਂ ਨੂੰ ਕਿਹਾ ਵੀ ਖੁੱਲਾ ਪ੍ਰਸ਼ਾਦਾ ਛਕੋ ਭਾਈ, ਖਾਣ ਪਾਨ ਕਰੋ ਤੇ ਸਾਵਧਾਨ ਹੋ ਜੋ। ਕਰਤਾਰਪੁਰ ਸਾਹਿਬ ਨਗਰ ਦੇ ਆਲੇ ਦੁਆਲੇ ਖਲੋ ਜੋ ਕਹਿਣ ਲੱਗੇ। ਕੋਈ ਪਾਪੀ ਕਰਤਾਰਪੁਰ ਸਾਹਿਬ ਦੇ ਅੰਦਰ ਚਰਨ ਆਪਣਾ ਪੈਰ ਨਾ ਪਾਵੇ ਕਹਿਣ ਲੱਗੇ। ਮਹਾਰਾਜ ਕਹਿੰਦੇ ਸਾਵਧਾਨ ਹੋ ਜੋ ਤੇ ਇਧਰ ਉਧਰ ਭੀੜਾਂ ਪਾ ਲਓ, ਭਾਵ ਇਧਰ ਉਧਰ ਪਹਿਰੇ ਲਾ ਲਓ ਤੁਸੀਂ ਭਾਈ ਆਪਣੇ। ਹਾਂਜੀ, ਹੋਏ ਸਨ ਦਬਦ ਭਟ ਅਰਧ ਜੋਏ, ਬਿਸਰਾਮ ਹੇਤ ਲਿਓ ਅਰਧ ਸੋਏ। ਗੁਰਮੁਖੋ ਉਸ ਸਮੇਂ ਮੈਂ ਆਪ ਜੀ ਨੂੰ ਦੱਸਦਿਆਂ, ਕਰਤਾਰਪੁਰ ਸਾਹਿਬ ਦੇ ਵਿੱਚ ਉਸ ਸਮੇਂ 1800 ਸਿੱਖ ਸੀਗਾ ਜੀ ਸਾਰਾ ਜੀ, ਜਿਹੜੇ ਹਥਿਆਰਾਂ ਵਾਲੇ ਸਨ, ਜੰਗ ਕਰਨ ਵਾਲੇ ਯੋਧੇ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਆਪੇ ਹਿਸਾਬ ਲਾਓ ਵੀ ਇੱਕ ਬੰਨੇ 1800 ਸਿੱਖ ਜੀ ਤੇ ਇੱਕ ਬੰਨੇ ਤਕਰੀਬਨ 1 ਲੱਖ ਦੀ ਫੌਜ ਦੀ। ਤੁਸੀਂ ਹੁਣ ਆਪੇ ਹਿਸਾਬ ਲਾ ਲਓ ਕਿੱਥੇ ਮੁਕਾਬਲਾ ਜਾਂਦਾ। ਇੱਕ ਸਿੱਖ ਦੇ ਹਿੱਸੇ ਵੀ 100 ਮੁਗਲ ਤੇ ਆਉਂਦਾ ਹੀ ਹੋਏਗਾ ਜੀ, ਵੱਧ ਹੀ ਆਉਂਦਾ ਜੀ, 100 ਨਾਲੋਂ ਵੀ ਵੱਧ ਆਉਂਦਾ ਜੀ। ਇੱਕ ਸਿੱਖ ਦੇ ਹਿੱਸੇ ਇਹ 100 ਤੋਂ ਵੱਧ ਦੁਸ਼ਟ ਆਉਂਦੇ ਜੀ। ਇੱਕ ਬੰਨੇ ਲੱਖ ਫੌਜ ਜੀ, ਇੱਕ ਬੰਨੇ 1800 ਸਿੱਖ ਜੀ। ਤੇ ਹੁਣ ਸੁਣੋ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਤੇ ਸਿੱਖ ਹੁਣ ਤਿਆਰਬੱਧ ਨੇ, ਹਥਿਆਰਬੱਧ ਨੇ, ਉਹ ਤੇ ਬਾਹਰ ਡਟ ਜਾਓ, ਬਾਕੀ ਸਾਰੇ ਸੂਰਮੇ ਸੌ ਜਾਓ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਆਰਾਮ ਕਰੋ ਕਹਿਣ ਲੱਗੇ। ਕਿਉਂ? ਜਿੱਥੇ ਗੁੱਦ ਰੱਬ ਹੋਵੇ ਜੀ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਤੇ ਜਿੱਥੇ ਆਪ ਗੁਰੂ ਹਰਗੋਬਿੰਦ ਸਾਹਿਬ ਤੁਰੇ ਫਿਰਦੇ ਹੋਣ ਉੱਥੇ ਗੱਲ ਹੋ ਸਕਦੀ। ਮਹਾਰਾਜ ਕਹਿੰਦੇ ਅੱਧੇ ਤੇ ਖਲੋ ਜਾਓ ਬਾਹਰ ਅਤੇ ਸੌਂ ਜਾਓ ਕਹਿਣ ਲੱਗੇ, ਸਵੇਰੇ ਜੰਗ ਕਰਾਂਗੇ ਕਹਿਣ ਲੱਗੇ। ਹਾਂਜੀ, ਪੁਰਕਾਨ ਸੈਨ ਤੇ ਬਣ ਸੁਚੇਤ, ਸੁਣ ਸ਼ਬਦ ਉਠੋ ਸਭ ਜੰਗ ਹੇਤ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਰਕ ਸੁੱਤੇ ਪਏ ਵੀ ਤੁਰਕਾਂ ਦੀ ਸੈਨਾ ਤੋਂ ਸੁਚੇਤ ਰਹਿਣਾ। ਜੇ ਤੇ ਬਹੁਤ ਜ਼ਿਆਦਾ ਰੋਲਾ ਰੱਪਾ ਆਵੇ ਫਿਰ ਉੱਠ ਜਿਓ ਕਹਿਣ ਲੱਗੇ। ਜੇ ਬਹੁਤ ਜ਼ਿਆਦਾ ਰੋਲਾ ਰੱਪਾ ਹੋਵੇ ਫਿਰ ਉੱਠ ਜਿਓ, ਨਹੀਂ ਤੇ ਸੁੱਤੇ ਰਹੋ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਕਮਾਲ ਦੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਲੱਖ ਫੌਜ ਆ ਰਹੀ ਜੀ, 1800 ਬੰਦਾ ਕੋਲ ਜੀ, ਉਹਦੇ ਵਿੱਚੋਂ ਵੀ ਅੱਧਿਆਂ ਨੂੰ ਕਹਿੰਦੇ ਵੀ ਸੌਂ ਜਾਓ ਜੀ, 900 ਬੰਦੇ ਨੂੰ ਕਹਿੰਦੇ ਸੌਂ ਜਾਓ ਜੀ, ਤੇ 900 ਨੂੰ ਆਖਿਆ ਤੁਸੀਂ ਜਾਗਦੇ ਰਹੋ ਜੀ। ਹਾਂਜੀ, ਮਹਾਰਾਜ ਕਹਿੰਦੇ ਜੇ ਬਹੁਤਾ ਰੌਲਾ ਰੱਪਾ ਸੁਣਾਈ ਦਵੇ ਫੇਰ ਉੱਠਿਓ ਭਾਈ। ਹਾਂਜੀ, ਗੁਲਕਾਂ ਬਰੂਦ ਲੀਜਹਿ ਸੰਭਾਲ, ਸੁਣ ਸੁਬਟ ਗੁਰੂ ਕੇ ਬਲ ਵਿਸਾਲ। ਬਾਕੀਆਂ ਨੂੰ ਗੁਰੂ ਸਾਹਿਬ ਨੇ ਆਖਿਆ ਵੀ ਗੋਲੀਆਂ ਬਰੂਦ ਸਾਂਭ ਲੋ ਕਹਿਣ ਲੱਗੇ। ਕਹਿਣ ਲੱਗੇ ਅੱਗੇ ਹੋ ਕੇ ਲੜਨਾ ਆਪਾਂ ਕਹਿਣ ਲੱਗੇ। ਹਾਂਜੀ, ਗੁਰ ਹੁਕਮ ਪਾਏ ਹਵੈ ਕੈ ਸੁਚੇਤ, ਗਰਜੇ ਬੁਲੰਦ ਵੱਡ ਜੰਗ ਹੇਤ। ਗੁਰਮੁਖੋ ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਨਾ, ਜਦੋਂ ਅੱਧਿਆਂ ਨੂੰ ਮਹਾਰਾਜ ਨੇ ਆਖਿਆ ਛੱਕੇ ਛਡਾ ਦਿਓ ਜਿਹੜੇ ਕਰਤਾਰਪੁਰ ਸਾਹਿਬ ਦੇ ਅੰਦਰ ਆਉਂਦੇ ਕਹਿਣ ਲੱਗੇ। ਅੰਦਰ ਨਹੀਂ ਕਿਸੇ ਦੁਸ਼ਟ ਨੂੰ ਆਉਣ ਦੇਣਾ।
ਜਦੋਂ ਸੁਣਿਆ ਹੁਕਮ ਸਿੰਘ ਉੱਚੀ ਆਵਾਜ਼ ਵਿੱਚ ਗਰਜੇ ਜੀ। ਮਹਾਰਾਜ ਗੱਲ ਹੀ ਕੋਈ ਨਹੀਂ, ਪਾਪੀਆਂ ਨੂੰ ਅੱਗੇ ਆਉਣ ਦਿਓ, ਸਿਰ ਵੱਢ ਵੱਢ ਸੁੱਟ ਦਿਆਂਗੇ ਇਹਨਾਂ ਦੇ। ਹਾਂਜੀ। ਗਹਿ ਸਿਪਰ ਖੜਗ ਕਟ ਕਸਨ ਕੀਨ, ਨਿਜ ਨਿਜ ਤੁਰੰਗ ਪਰ ਪਾਏ ਜੀਨ। ਤੇ ਗੁਰਮੁਖੋ ਤਲਵਾਰਾਂ ਸਜਾ ਲੀਆਂ, ਕਮਰ ਕੱਸੇ ਸਜਾ ਲਏ, ਹਥਿਆਰ ਸਜਾ ਲਏ ਤਨ ਤੇ, ਆਪੋ ਆਪਣੇ ਘੋੜਿਆਂ ਤੇ ਸਿੱਖ ਸੱਜ ਕੇ ਸਾਵਧਾਨ ਹੋ ਗਏ ਜੀ। ਸਭ ਘੋੜਿਆਂ ਤੇ ਇਧਰ ਉਧਰ ਤੁਰਨ ਫਿਰਨ ਲੱਗੇ। ਫੌਜਾਂ ਆਉਣ ਤੇ ਸਹੀ, ਰਸਤੇ ਵਿੱਚ ਹੀ ਤਬਾਹ ਕਰ ਦਿਆਂਗੇ ਜੀ। ਖਾਲਸਾ ਤਿਆਰ ਬਰੀ ਤਿਆਰ ਰਹਿੰਦਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਕਮਾਲ ਦੀ ਗੱਲ। ਅੱਧਿਆਂ ਨੂੰ ਕਿਹਾ ਸੌਂ ਜਾਓ, ਸੌਂ ਜਾਓ, ਆਰਾਮ ਕਰੋ ਕਹਿਣ ਲੱਗੇ। ਅੱਧਿਆਂ ਨੂੰ ਆਖਿਆ ਤੁਸੀਂ ਜੰਗ ਕਰਨੀ ਹੈ। ਹਾਂਜੀ। ਹੋਏ ਸਨੰਦ ਭਦ ਫਿਰਤੇ ਚਫੇਰੇ, ਤੁਰਕਾਨ ਹਣ ਰਣ ਬਹਿ ਬਡੇਰੇ। ਤੇ ਹਥਿਆਰਬੱਧ ਹੋ ਕੇ ਗੁਰੂ ਕੇ ਸਿੱਖ, ਕਿਸੇ ਨੇ ਨੀਲਾ ਦਸਤਾਰਾ, ਕਿਸੇ ਨੇ ਚਿੱਟਾ ਦਸਤਾਰਾ, ਕਿਸੇ ਨੇ ਕੇਸਰੀ ਦਸਤਾਰਾ, ਵੱਖ ਵੱਖ ਦਸਤਾਰੇ ਬੰਨੇ ਗੁਰੂ ਕੇ ਸਿੱਖਾਂ ਨੇ। ਘੋੜਿਆਂ ਤੇ ਤੁਰੇ ਫਿਰਦੇ ਜੀ, ਘੋੜਿਆਂ ਤੇ ਚੜ ਕੇ। ਕਹਿਣ ਦਾ ਭਾਵ ਘੋੜੇ ਭਜਾਉਂਦੇ ਨੇ। ਕਰਤਾਰਪੁਰ ਸਾਹਿਬ ਦੇ ਅੰਦਰ ਕਿਸੇ ਪਾਪੀ ਦੇ ਪੈਰ ਨੂੰ ਨਹੀਂ ਪੈਣ ਦੇਣਾ। ਹਾਂਜੀ। ਜਬ ਸਵਾ ਜਾਮ ਰਹਿ ਗਈ ਸੋ ਰਾਤ, ਗੁਰ ਗਿਰਾ ਪੜਤ ਸਿੱਖ ਫਿਰਤ ਜਾਤ। ਹੁਣ ਇਹਨਾਂ ਗੱਲਾਂ ਵੱਲ ਸਾਵਧਾਨ ਹੋਈਏ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਹੁਣ ਉਹਨਾਂ ਆ ਰਹੇ ਸਨ, ਉਧਰੋਂ ਉਹ ਹਮਲਾ ਕਰਨ ਦੀ ਤਿਆਰੀ ਕਰਨ ਦੇ ਜੀ। ਆ ਗਏ ਜੀ, ਇਧਰੋਂ ਸਵਾ ਪੈਰ ਰਾਤ ਰਹਿ ਗਈ ਜੀ। ਕਹਿਣ ਦਾ ਭਾਵ ਵੀ ਅੰਮ੍ਰਿਤ ਵੇਲਾ ਹੋ ਗਿਆ ਜੀ। ਅੰਮ੍ਰਿਤ ਵੇਲਾ ਹਮਲਾ ਕਰਨ ਲੱਗ ਪਏ ਜੀ। ਉਹ ਰਸਤੇ ਵਿੱਚ ਛੋਟੇ ਮੀਰ ਵੀ ਰੁਕੇ, ਕਈ ਕੁਝ ਕੀਤਾ ਤੇ ਅੰਮ੍ਰਿਤ ਵੇਲਾ ਹੀ ਹੋ ਗਿਆ ਪਹੁੰਚਦਿਆਂ ਜੀ। ਤੇ ਸੁਣੋ, ਜਦੋਂ ਉਹ ਅੰਮ੍ਰਿਤ ਵੇਲੇ ਆਏ, ਇਧਰ ਜਿਹੜੇ ਗੁਰੂ ਕੇ ਸਿੱਖ ਕਰਤਾਰਪੁਰ ਸਾਹਿਬ ਤੁਰੇ ਫਿਰਦੇ ਸਨ ਨਾ ਘੋੜਿਆਂ ਤੇ, ਆਉਣ ਦੁਸ਼ਟ, ਉਹਨਾਂ ਵੇਖਿਆ ਅੰਮ੍ਰਿਤ ਵੇਲਾ ਹੋ ਗਿਆ। ਉਹਨਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਜੀ। ਫਿਰ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਜੀ। ਤੇ ਸ਼ਬਦ ਫਿਰ ਉਸ ਸਮੇਂ ਵੀਰ ਰਸ ਵਾਲੇ ਪੜ੍ਹੇ ਜੀ। ਹਾਂਜੀ। ਤੁਨੇ ਉਠਤ ਊਚ ਸੁਣੀ ਅੰਤ ਦੂਰ। ਬੜੀ ਉੱਚੀ ਉੱਚੀ ਆਵਾਜ਼ ਵਿੱਚ ਉਹਨਾਂ ਗੁਰਬਾਣੀ ਪੜ੍ਹੀ ਜੀ। ਬੜੀ ਉੱਚੀ ਉੱਚੀ ਆਵਾਜ਼ ਵਿੱਚ, ਦੁਸ਼ਟਾਂ ਦੇ ਕੰਨਾਂ 'ਚ ਗੁਰੂ ਕੀ ਬਾਣੀ ਪੈ ਜੇ ਕਹਿਣ ਲੱਗੇ। ਉਹ ਉੱਚੀ ਉੱਚੀ ਆਵਾਜ਼ ਵਿੱਚ ਘੋੜਿਆਂ ਤੇ ਬੈਠੇ ਗੁਰਬਾਣੀ ਦਾ ਪਾਠ ਕਰਨ ਲੱਗ ਪਏ। ਹਾਂਜੀ। ਕਰਤਾਰਪੁਰੇ ਚਾਹੋ ਗਿਰਦ ਭੂਰ। ਤੇ ਕਰਤਾਰਪੁਰੇ ਚਾਹੋ ਗਿਰਦ ਭੂਰ, ਕਹਿਣ ਲੱਗੇ ਗੁਰੂ ਕੀ ਬਾਣੀ ਦਾ ਪਾਠ ਕਰਨ ਦੇ ਨੇ। ਕਰਤਾਰਪੁਰ ਸਾਹਿਬ ਦੇ ਦੂਰ ਦੂਰ ਤੱਕ ਗੁਰਬਾਣੀ ਦੇ ਪਾਠ ਦੀ ਆਵਾਜ਼ ਸੁਣ ਰਹੀ ਸੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਤੇ ਬੰਦਿਆਂ ਦੇ ਉਹ ਗਲੇ ਹੀ ਨਹੀਂ ਰਹੇ। ਮੈਂ ਸੱਚ ਆਪਣੀ ਗੱਲ ਦੱਸਣ ਡਿਆ ਜੀ। ਬੰਦਿਆਂ ਦੇ ਉਹ ਗਲੇ ਨਹੀਂ ਰਹੇ। ਪੁਰਾਣੇ ਬਜ਼ੁਰਗ ਬੈਠੇ, ਪਹਿਲੇ ਗਾਇਕ ਗਾਉਂਦੇ ਹੁੰਦੇ ਸੀ, ਬੜੀ ਦੂਰ ਦੂਰ ਤੱਕ ਆਵਾਜ਼ਾਂ ਜਾਂਦੀਆਂ ਹੁੰਦੀਆਂ ਹੈਗੀਆਂ ਜੀ। ਹਾਂਜੀ। ਗੁਰੂ ਕੇ ਸਿੱਖ ਉੱਚੀ ਉੱਚੀ ਬਾਣੀ ਪੜ੍ਹਨ ਅੰਮ੍ਰਿਤ ਵੇਲੇ ਜੀ, ਆਵਾਜ਼ਾਂ ਜਾਣ ਦਈਆਂ। ਕਰਤਾਰਪੁਰ ਸਾਹਿਬ ਵਿੱਚ ਜਿਹੜੇ ਘਰ ਸਨ, ਉਹਨਾਂ ਨੂੰ ਸੁਚੇਤ ਕਰਤਾ, ਭਾਈ ਜੰਗ ਹੋਣ ਵਾਲੀ ਹੈ, ਹਮਲਾ ਹੋ ਜਾਣਾ, ਤਿਆਰੀ ਵਿੱਚ ਰਹੋ। ਹਾਂਜੀ। ਇਧਰ ਗੁਰੂ ਕੇ ਸਿੱਖ ਉੱਚੀ ਉੱਚੀ ਗੁਰਬਾਣੀ ਦਾ ਕੀਰਤਨ ਕਰਨ। ਪਤਾ ਕਿਹੜੇ ਸ਼ਬਦ ਪੜ੍ਹਨ ਦੇ? ਤੁਸੀਂ ਵੀ ਪੜ੍ਹੋ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ। ਜਿਹੜਾ ਧਰਮ ਵਾਸਤੇ ਲੜੇ ਉਹ ਸੂਰਮਾ ਜੀ। ਅੰਮ੍ਰਿਤ ਵੇਲਾ ਗੁਰੂ ਕੇ ਸਿੱਖ ਘੋੜਿਆਂ ਤੇ ਤੁਰੇ ਫਿਰਦੇ ਜੀ, ਉੱਚੀ ਉੱਚੀ ਬਾਣੀ ਪੜ੍ਹਦੇ। ਤੁਸੀਂ ਵੀ ਜੋਸ਼ ਵਿੱਚ ਆਓ ਤੇ ਗੱਜ ਕੇ ਪੜ੍ਹੋ, ਕੱਢੋ ਆਵਾਜ਼। ਹਾਂਜੀ। ਅੱਜ ਕੇ ਆਖੋ ਵਾਹਿਗੁਰੂ। ਕੱਢੀਏ ਆਵਾਜ਼ ਗਲਿਆਂ ਵਿੱਚੋਂ ਤੇ ਆਖੀਏ ਸਾਰੇ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਘਟ ਮਰੈ, ਪੁਰਜਾ ਪੁਰਜਾ ਘਟ ਮਰੈ, ਪੁਰਜਾ ਪੁਰਜਾ ਘਟ ਮਰੈ, ਪੁਰਜਾ ਪੁਰਜਾ ਘਟ ਮਰੈ। ਕਬਹੂ ਨਾ ਛਾਡੈ ਖੇਤ, ਕਬਹੂ ਨਾ ਛਾਡੈ ਖੇਤ, ਕਬਹੂ ਨਾ ਛਾਡੈ ਖੇਤ,
ਕਬਹੁ ਨ ਛਾੜੈ ਖੇਤ। ਉਹ ਪੜਨ ਉੱਚੀ ਉੱਚੀ ਬਾਣੀ ਜੀ ਤੇ ਦੂਰ ਦੂਰ ਤੱਕ ਆਵਾਜ਼ਾਂ ਜਾਵੇ ਜੀ ਉਹਨਾਂ ਦੇ। ਹਾਂਜੀ ਜਬ ਸੁਣੀ ਆਣ ਤ੍ਰੁਕਾਣ ਕਾਣ ਔਰ ਭਏ ਸ਼ੁੱਧ ਕਰ ਕਪਟ ਹਾਣ। ਸੁਣੋ, ਆਏ ਤੇ ਉਹ ਕਪਟ ਨਾਲ ਸੀਗੇ ਜੀ, ਗੱਲ ਧਿਆਨ ਨਾਲ ਹੁਣ ਸੁਣਿਓ। ਆਏ ਉਹ ਕਪਟ ਨਾਲ ਸਨ, ਨਗਾਰਾ ਵੀ ਨਹੀਂ ਵਜਾਉਣਾ, ਧੌਂਸਾ ਵੀ ਨਹੀਂ ਵਜਾਉਣਾ, ਸੁੱਤਿਆਂ ਪਿਆਂ ਤੇ ਹਮਲਾ ਕਰ ਦੇਣਾ ਜੀ। ਪਰ ਜਦੋਂ ਉਹਨਾਂ ਦੇ ਕੰਨਾਂ 'ਚ ਗੁਰੂ ਦੀ ਬਾਣੀ ਪਈ, ਕਾਲੇ ਖਾਂ ਦਾ ਮਨ ਸ਼ੁੱਧ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਦੇ ਮਨ ਵਿੱਚ ਆਇਆ ਵੀ ਕਪਟ ਨਹੀਂ ਕਰਨਾ ਚਾਹੀਦਾ। ਉਹ ਤੇ ਗੱਜ ਗੱਜ ਬਾਣੀ ਪੜਨ ਦੇ ਨੇ, ਹੈਂ ਅਸੀਂ ਕਪਟ ਕਰਨ ਨੇ ਆ ਵੀ ਰੌਲਾ ਹੀ ਨਹੀਂ ਪਾਉਣਾ, ਇੱਕਦਮ ਹਮਲਾ ਕਰ ਦੇਣਾ ਜੀ। ਗੁਰੂ ਕੀ ਬਾਣੀ ਦਾ ਪਾਠ ਸੁਣ ਕੇ ਉਹਦੇ ਮਨ ਉਤੇ ਅਸਰ ਪੈ ਗਿਆ ਜੀ। ਹਾਂਜੀ ਤਬ ਕਾਲੇ ਖਾਂ ਬੋਲਿਓ ਸੁਣਾਏ ਅਬ ਭਇਓ ਨੇਰ ਜਾਣਿਓ ਸੋ ਜਾਏ। ਕਾਲੇ ਖਾਂ ਫੌਜਾਂ ਨੂੰ ਕਹਿਣ ਲੱਗਾ ਭਾਈ ਇਸ ਸਮੇਂ ਹਨੇਰਾ ਹੈ, ਮੇਰੀ ਗੱਲ ਸਾਰੀਆਂ ਫੌਜਾਂ ਧਿਆਨ ਨਾਲ ਸੁਣੋ। ਕਹਿਣ ਲੱਗੇ ਹਾਂਜੀ ਸਮ ਕਾਤਰ ਦੁੰਦਬ ਨਹਿ ਬਜਾਏ ਇਹੋ ਅਨੁਚਿਤ ਗਤ ਨਹਿ ਮੋਹਿ ਸਹਾਏ। ਅਸੀਂ ਇਹ ਵਿਚਾਰ ਕੀਤੀ ਵੀ ਨਗਾਰਾ ਨਹੀਂ ਵਜਾਉਣਾ, ਧੌਂਸੇ ਨਹੀਂ ਵਜਾਉਣੇ, ਇਹ ਗੱਲ ਗਲਤ ਹੈ, ਹਨੇਰਾ ਹੈ, ਸਾਨੂੰ ਧੌਂਸੇ ਵਜਾ ਕੇ ਨਗਰ ਵਿੱਚ ਪ੍ਰਵੇਸ਼ ਕਰਨਾ ਚਾਹੀਦਾ। ਅੱਧਾ ਕੁ ਮਨ ਤੇ ਸ਼ੁੱਧ ਹੋ ਗਿਆ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਕਪਟ ਸੀਗਾ ਵੀ ਚੁੱਪ ਚਪੀਤੇ ਹਮਲਾ ਕਰਨਾ ਜੀ, ਉਹ ਕਪਟ ਅੰਦਰੋਂ ਨਿਕਲ ਗਿਆ। ਕਹਿਣ ਲੱਗਾ ਇਹ ਮਾੜੀ ਗੱਲ ਹੈ, ਆਪਾਂ ਆਵਾਜ਼ ਦੇ ਕੇ ਅੰਦਰ ਜਾਵਾਂਗੇ। ਹਾਂਜੀ ਤਜ ਦੇਹੋ ਕਪਟ ਭਾਜੰਗ ਭੇਰ ਧੌਂਸਨ ਬਜਾਏ ਅਬ ਕਰੋ ਨੇਰ। ਤਜ ਦੇਹੋ ਕਪਟ ਆਪਣੀਆਂ ਫੌਜਾਂ ਨੂੰ ਕਹਿੰਦਾ ਜਿਹੜਾ ਆਪਾਂ ਕਪਟ ਸੋਚਿਆ ਸੀ ਉਹਨੂੰ ਛੱਡ ਦਿਓ। ਕਹਿਣ ਲੱਗਾ ਹੁਣ ਧੌਂਸੇ ਵਜਾ ਕੇ ਨਗਾਰੇ ਵਜਾ ਕੇ ਨਗਰ ਵਿੱਚ ਜਾਵਾਂਗੇ, ਕਿਤੇ ਇਹੋ ਹੀ ਨਾ ਲੋਕ ਕਹਿਣ ਵੀ ਇਹਨਾਂ ਨੇ ਕਪਟ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਬਾਣੀ ਦਾ ਅਸਰ ਤੇ ਪਏਗਾ ਜੀ। ਹਾਂਜੀ ਅੰਦਰੋਂ ਪਾਪੀ ਬੰਦਾ ਵੀ ਸੁਣੇ, ਵੱਡੇ ਤੋਂ ਵੱਡਾ ਪਾਮਰ ਪੁਰਸ਼ ਵੀ ਗੁਰਬਾਣੀ ਦਾ ਪਾਠ ਸੁਣੇ, ਉਹਦੇ ਤੇ ਵੀ ਅਸਰ ਪੈ ਜਾਂਦਾ ਜੀ। ਕਾਲੇ ਖਾਂ ਕਹਿੰਦਾ ਕਪਟ ਕਿਉਂ ਕਰਨਾ, ਚੁੱਪ ਚਪੀਤੇ ਕਿਉਂ ਜਾਣਾ, ਨਗਾਰੇ ਵਜਾ ਕੇ ਚੱਲੋ। ਕਹਿਣ ਲੱਗੇ ਹਾਂਜੀ ਕਹੈ ਕੁਤਬ ਖਾਨ ਅਰ ਪੈਂਦ ਖਾਨ ਇਹੋ ਆਪ ਜੇ ਮਰਜੀ ਦੇਹੋ ਨਿਸ਼ਾਨ। ਕੁਤਬ ਖਾਂ ਤੇ ਜਿਹੜਾ ਪੈਂਦੇ ਖਾਂ ਉਹ ਕਾਲੇ ਖਾਂ ਨੂੰ ਕਹਿੰਦਾ ਠੀਕ ਹੈ ਹੁਕਮ ਕਰੋ। ਫਿਰ ਪੈਂਦੇ ਖਾਂ ਤੇ ਕੁਤਬ ਖਾਂ ਕਾਲੇ ਖਾਂ ਨੂੰ ਕਹਿਣ ਲੱਗੇ ਤੁਹਾਡਾ ਹੁਕਮ ਹੋਏ ਤੇ ਨਗਾਰੇ ਵਜਾ ਦਿੰਨੇ ਆ, ਪਤਾ ਲੱਗ ਜੇ ਉਹਨਾਂ ਨੂੰ ਵੀ ਅਸੀਂ ਪਹੁੰਚ ਚੁੱਕੇ ਆ। ਹਾਂਜੀ ਅਬ ਕਰੋ ਨਾ ਬਿਲਮ ਬਿਹਾਏ ਕਾਲ ਇੱਕ ਬਾਰ ਪਰੋ ਹਮਰਾ ਵਿਸਾਲ। ਤੇ ਅੱਗੋਂ ਕਾਲੇ ਖਾਂ ਕਹਿਣ ਲੱਗਾ ਫਿਰ ਦੇਰੀ ਨਾ ਕਰੋ, ਵਜਾਓ ਨਗਾਰੇ, ਪਤਾ ਲੱਗ ਜੇ ਗੁਰੂ ਦੀਆਂ ਫੌਜਾਂ ਨੂੰ ਵੀ ਆ ਗਏ ਨੇ, ਤੁਰਕ ਆ ਗਏ ਨੇ। ਹਾਂਜੀ ਪੁਰ ਮਹਿ ਪ੍ਰਵੇਸ਼ ਹੋਏ ਕਰੋ ਮਾਰ ਨਹਿ ਅਰੁਣ ਦੇਹੋ ਸੈਨਾ ਅਗਾਰ। ਦੁਸ਼ਟ ਕਹਿਣ ਲੱਗਾ ਕਰਤਾਰਪੁਰ ਸਾਹਿਬ ਨੂੰ, ਕਰਤਾਰਪੁਰ ਹੀ ਕਹਿਣਾ ਸੀ, ਅਸੀਂ ਤਾਂ ਸਾਹਿਬ ਕਹਿੰਨੇ ਆ। ਕਿਉਂ ਕਹਿੰਨੇ ਭਲਾ, ਕਿਉਂਕਿ ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ, ਤਾਂ ਕਰਤਾਰਪੁਰ ਸਾਹਿਬ ਹੈ ਜੀ। ਉਹ ਕਰਤਾਰਪੁਰ ਸਾਹਿਬ ਨੂੰ ਕਹਿਣ ਲੱਗਾ ਅੰਦਰ ਵੜ ਜਾਓ, ਜਿਹੜਾ ਵੀ ਬੰਦਾ ਉੱਥੋਂ ਦਾ ਆਮ ਵੀ ਬੰਦਾ ਮਿਲਦਾ ਉਹਨੂੰ ਵੀ ਮਾਰ ਸੁੱਟੋ। ਕਹਿਣ ਲੱਗਾ ਹਾਂਜੀ ਜਬ ਕਰਿਓ ਹੁਕਮ ਦੁੰਦਬ ਬਜਾਏ। ਉਹਨੇ ਹੁਕਮ ਕਰ ਦਿੱਤਾ ਜੀ। ਬੜਾ ਵੱਡਾ ਨਗਾਰਾ ਜੀ, ਤੁਸੀਂ ਗੁਰੂ ਘਰਾਂ ਵਿੱਚ ਵੱਜਦਾ ਵੇਖਿਆ ਹੋਏਗਾ ਜੀ। ਬੜਾ ਵੱਡਾ ਨਗਾਰਾ ਜਿਹੜਾ ਅੱਗੇ ਹਾਥੀ ਦੇ ਲੱਗਾ ਸੀ, ਉਹ ਨਗਾਰਾ ਵੱਜ ਗਿਆ ਜੀ। ਹਾਂਜੀ ਤਬ ਦਈ ਚੋਬ ਦੋਹਰੀ ਲਗਾਏ। ਇੱਕ ਵਾਰ ਤੇ ਚੋਬ ਲਾਈ ਜੀ, ਫਿਰ ਦੂਜੀ ਵਾਰੀ ਚੋਬ ਲਾਈ ਜੀ। ਇਹਦਾ ਮਤਲਬ ਛੇਤੀ ਹਮਲਾ ਕਰੋ। ਹਾਂਜੀ ਧੁਨ ਕਰੀ ਕਾਨ ਜੋ ਦਾਨ ਆਏ। ਹਾਂਜੀ ਸਵਧਾਨ ਹੋਤੇ ਚਾਹੁੰਦੇ ਫਿਰਾਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਧਰ ਜਿਹੜੇ ਸਿੱਖ ਉੱਚੀ ਉੱਚੀ ਗਾਉਂਦੇ ਸੀ ਨਾ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੇ ਦੀਨ ਕੇ ਹੇਤ, ਜੋ ਲਰੇ ਦੀਨ ਕੇ ਹੇਤ। ਗੁਰਮੁਖੋ ਉਹਨਾਂ ਗੁਰਬਾਣੀ ਦਾ ਪਾਠ ਕਰਦੇ ਸਿੱਖਾਂ ਨੇ ਸੁਣਿਆ ਨਗਾਰਾ ਵੱਜ ਚੁੱਕਾ ਹੈ,
ਇਹਦਾ ਮਤਲਬ ਦੁਸ਼ਮਣ ਕਰਤਾਰਪੁਰ ਸਾਹਿਬ ਦੇ ਨੇੜੇ ਆ ਗਿਆ ਤੇ ਹਮਲਾ ਕਰਨ ਵਾਲਾ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਅੱਜ ਦੇ ਜ਼ਮਾਨੇ ਵਿੱਚ ਮੈਂ ਇਹ ਆਖਾਂ ਵੀ ਹੂਟਰ ਵੱਜ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿਵੇਂ ਹੂਟਰ ਵੱਜਦਾ ਜੀ ਕਿਸੇ ਕੰਮ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ, ਇੱਕ ਟਾਈਮ ਦੀ ਘੰਟੀ ਵੱਜ ਗਈ, ਹੂਟਰ ਵੱਜ ਗਿਆ, ਉਹਨਾਂ ਗੁਰੂ ਕੇ ਸਿੱਖਾਂ ਦੇ ਕੰਨਾਂ ਵਿੱਚ ਆਵਾਜ਼ ਪਈ ਜੀ। ਸ਼ਬਦ ਕੱਢੋ। ਹਾਂਜੀ। ਦਿਜ ਮਲਕ ਜਾਤ ਤਿਨ ਮਹਿ ਫਿਰੰਤ, ਹੋਜੈ ਤਿਆਰ ਸਭ ਕੋ ਕਹੰਤ। ਤੇ ਗੁਰਬਾਣੀ ਤੇ ਸਾਰੀ ਲਿਖੀ ਹੈ ਜੀ। ਗੁਰਬਾਣੀ ਚ ਜੰਗ ਜੁੱਧ ਦਾ ਵੀ ਵਰਣਨ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਭਾਈ ਜਾਤੀ ਮਲਕ ਜੀ ਜਿਹੜੇ ਉਸ ਸਮੇਂ ਜਾਗਰਤ ਸਨ, ਉਹਨਾਂ ਨੇ ਸਾਰੇ ਸਿੱਖਾਂ ਨੂੰ ਆਖਿਆ, ਭਾਈ ਗਗਨ ਦਮਾਮਾ ਬਾਜਿਓ, 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 ਗਗਨ ਦਮਾਮਾ ਬਾਜਿਓ। ਉਹਨਾਂ ਆਖਿਆ ਭਾਈ ਨਗਾਰਾ ਵੱਜ ਗਿਆ। ਗਗਨ ਦਮਾਮਾ ਨਜ਼ਾਰੇ ਦਾ ਆਵਾਜ਼ ਹੈ। ਨਗਾਰਾ ਵੱਜ ਗਿਆ, ਪਰਿਓ ਨਿਸ਼ਾਨ ਕਾਓ, ਪਰਿਓ ਨਿਸ਼ਾਨ ਕਾਓ, ਪਰਿਓ ਨਿਸ਼ਾਨ ਕਾਓ, ਪਰਿਓ ਨਿਸ਼ਾਨ ਕਾਓ। ਜਦੋਂ ਨਗਾਰਾ ਵੱਜੇ ਨਾ ਜੀ, ਫਿਰ ਮੁਖੀ ਸਿੱਖ ਪਤਾ ਕੀ ਕਰਦਾ ਜੀ, ਉਹ ਸਾਰਿਆਂ ਨੂੰ ਇਹ ਗੱਲ ਕਹਿੰਦਾ, ਭਾਈ ਹੁਣ ਤਿਆਰ ਹੋਵੋ, ਫੌਜਾਂ ਆ ਗਈਆਂ, ਆਪਾਂ ਵੀ ਅੱਗੋਂ ਹਮਲਾ ਕਰਨਾ। ਗਗਨ ਦਮਾਮਾ ਬਾਜਿਓ, ਭਰਿਓ ਨਿਸ਼ਾਨਾ ਕਹਾਓ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ। ਅਬ ਜੂਜਨ ਕੋ ਦਾਓ, ਅਬ ਜੂਜਨ ਕੋ ਦਾਓ, ਅਬ ਜੂਜਨ ਕੋ ਦਾਓ, ਅਬ ਜੂਜਨ ਕੋ ਦਾਓ। ਇਹਦਾ ਮਤਲਬ ਇਹ ਹੈ ਭਾਈ ਨਗਾਰਾ ਵੱਜ ਚੁੱਕਿਆ, ਹਮਲਾ ਕਰਨ ਦਾ ਸਮਾਂ ਆਇਆ, ਜੂਝ ਪਾਓ ਹੁਣ। ਹਾਂਜੀ। ਸੁਧ ਕਰੋ ਗੁਰੂ ਢਿਗ ਜਾਏ ਧਾਏ, ਸਵਧਾਨ ਬਣੋ ਹਿਤ ਲਰਨ ਆਏ। ਆਪ ਤਿਆਰ ਹੋ ਜੋ, ਫੌਜਾਂ ਨੇ ਹਮਲਾ ਕਰਤਾ, ਸਾਵਧਾਨ ਹੋ ਜੋ, ਹਮਲਾ ਦਾ ਜਵਾਬ ਦਿਓ। ਇੱਕ ਸਿੱਖ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸੇ। ਹਾਂਜੀ। ਹੈ ਕੋ ਭਜਾਏ ਪਹੁੰਚਿਓ ਤਰੰਗ, ਉਤਰਿਓ ਸੋ ਪੌਰ ਅੰਤਰ ਬਰੰਤ। ਤੇ ਫਿਰ ਭਾਈ ਸਾਹਿਬ ਆਪ ਹੀ ਗਏ ਜੀ ਜਾਤੀ ਮਲਕ ਜੀ, ਘੋੜੇ ਨੂੰ ਭਜਾ ਕੇ। ਵੇਖੋ ਰਾਤ ਦਾ ਸਮਾਂ ਜੀ, ਸਾਰਾ ਕੁਝ ਰਾਤ ਕੀਤਾ। ਪਾਪੀਆਂ ਨੇ ਰਾਤੀ ਹਮਲਾ ਕੀਤਾ ਜੀ। ਰਾਤੀ ਜਦੋਂ ਸਾਰੇ ਲੋਕ ਸੁੱਤੇ ਹੋਣ ਤੇ ਫਿਰ ਮਾਰੀਏ। ਇਹ ਦੁਸ਼ਟ ਸ਼ੁਰੂ ਤੋਂ ਇਹੋ ਜਿਹੇ ਕੰਮ ਕਰਦੇ ਆਏ ਜੀ। ਹਾਂਜੀ। ਰਾਤੀ ਕੀਤਾ ਹਮਲਾ। ਭਾਈ ਜੀ, ਭਾਈ ਜਾਤੀ ਮਲਕ ਜੀ ਭੱਜ ਕੇ ਉਸ ਥਾਂ ਤੇ ਗਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੱਜੇ ਸਨ। ਹਾਂਜੀ। ਗੁਰ ਅਗਰ ਸੋਚ ਕਰ ਕੈ ਇਸ਼ਨਾਨ, ਫਿਰ ਰੂਪ ਸੱਚ ਦਾ ਆਨੰਦ ਧਿਆਨ। ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਰੋ ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੇ ਉਧਰੋਂ ਫੌਜਾਂ ਆ ਗਈਆਂ ਜੀ, ਹਮਲਾ ਹੋ ਚੁੱਕਾ ਜੀ। ਗੁਰੂ ਕੇ ਸਿੱਖ ਜਵਾਬ ਦੇਂਦੇ ਜੀ। ਇਧਰੋਂ ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਨਾਨ ਕੀਤਾ, ਦੋਵੇਂ ਨੇਤਰ ਬੰਦ ਕੀਤੇ, ਸੱਚੇ ਪਾਤਸ਼ਾਹ ਧਿਆਨ ਵਿੱਚ ਬੈਠੇ ਜੀ, ਆਪਣੇ ਰੱਬ ਦੇ ਨਾਮ ਜਪਣ ਦੇ ਆਨੰਦ ਵਿੱਚ ਬੈਠੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ। ਤਬ ਗਇਓ ਬਿਪਰ ਕੀਨ ਸਭ ਖਾਨ, ਦਲ ਤੁਰ ਕੇ ਆਏ ਪਹੁੰਚਿਓ ਮਹਾਨ। ਉਹਨਾਂ ਫਿਰ ਭਾਈ ਜਾਤੀ ਮਲਕ ਜੀ ਨੇ ਜਾ ਕੇ ਬੇਨਤੀ ਕੀਤੀ, ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਰਕਾਂ ਦਾ ਦਲ ਆ ਚੁੱਕਾ ਹੈ ਮਹਾਰਾਜ। ਮਹਾਰਾਜ ਉਹਨਾਂ ਨਗਾਰੇ ਵਜਾ ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਹਾਂਜੀ। ਜਿਮ ਹੋਏ ਹੁਕਮ ਕੀਜਹਿ ਉਪਾਏ, ਛੱਡ ਚੱਲਹਿ ਵੀਰ ਜਿਸ ਲਿਹੋ ਨਾਏ। ਸੱਚੇ ਪਾਤਸ਼ਾਹ ਸੂਰਬੀਰਾਂ ਦਾ ਨਾਮ ਦੱਸੋ ਜਿਨ੍ਹਾਂ ਦੇ ਜਥੇ ਬਣਾ ਬਣਾ ਘੱਲਣੇ ਨੇ ਜੰਗ ਵਿੱਚ। ਮਹਾਰਾਜ ਸੂਰਬੀਰਾਂ ਦਾ ਨਾਮ ਦੱਸੋ ਸਾਨੂੰ। ਹਾਂਜੀ। ਸੁਧ ਭਾਖ ਬਿਪਰ ਰਹਿ ਠਾਂਡ ਤੀਰ, ਸ਼੍ਰੀ ਹਰਗੋਬਿੰਦ ਸੁਣ ਬੀਰ ਧੀਰ। ਜਾਤੀ ਮਲਕ ਜੀ ਨੇ ਦਿੱਤੀ ਖਬਰ,
ਗੁਰੂ ਹਰਗੋਬਿੰਦ ਸਾਹਿਬ ਆਨੰਦ ਵਿੱਚ ਬੈਠੇ ਜੀ। ਆਨੰਦ ਵਿੱਚ ਆਮ ਕਿਸੇ ਬੰਦੇ ਉੱਤੇ ਲੱਖ ਫੌਜ ਨੇ ਚੜ੍ਹਾਈ ਕੀਤੀ ਹੋਵੇ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਔਰ ਉਹਦਾ ਮਕਸਦ ਕੀ ਹੋਵੇ ਜੀ? ਚੇਚਾ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਨਾ। ਤੇ ਗੁਰੂ ਹਰਗੋਬਿੰਦ ਸਾਹਿਬ ਆਨੰਦ ਨਾਲ ਬੈਠੇ ਜੀ। ਆਨੰਦ ਨਾਲ ਦੋਵੇਂ ਹੱਥ ਏਦਾਂ ਗੋਡਿਆਂ ਤੇ ਰੱਖੇ ਨੇ, ਧਿਆਨ ਲਾਇਆ ਹੋਇਆ। ਮਹਾਰਾਜ ਆਨੰਦ ਨਾਲ ਬੈਠੇ ਹੋਏ, ਨੇਤਰ ਬੰਦ ਕਰਕੇ ਜੀ। ਹਾਂਜੀ, ਜਪ ਕੀਨ ਪਾਠ ਚਿਤੈ ਕਹੋਏ। ਉਹਨਾਂ ਦੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਚਿੱਤ ਹੋ ਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜੀ। ਜਪਜੀ ਸਾਹਿਬ ਦਾ ਪਾਠ ਕੀਤਾ। ਵੇਖ ਲਓ ਗੁਰਬਾਣੀ ਦਾ ਪਾਠ ਕਰਨਾ ਕਿੰਨਾ ਜ਼ਰੂਰੀ ਹੈਗਾ ਜੀ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਿਆ ਕਰੋ। ਹੁਣ ਫੌਜਾਂ ਵੀ ਆ ਚੁੱਕੀਆਂ ਪਰ ਗੁਰੂ ਦੀ ਬਾਣੀ ਦਾ ਪਾਠ ਕਰਨ ਦਾ ਹੈ ਜੀ। ਇਹ ਨਾ ਜੀ ਛੋਟੇ ਮਨਾਂ ਵਾਲੀ ਗੱਲ ਹੁੰਦੀ ਹੈ, ਲਓ ਜੀ ਫੌਜਾਂ ਘਰ ਵਿੱਚ ਵੜ ਜਾਣਗੀਆਂ, ਬੰਦਾ ਪਾਠ ਹੀ ਕਰਦਾ ਰਹੇਗਾ। ਇਹ ਛੋਟੇ ਮਨ ਦੀ ਗੱਲ ਹੈਗੀ ਜੀ, ਅਧੂਰਿਆਂ ਦੀਆਂ ਗੱਲਾਂ ਜੀ। ਪੂਰੇ ਵੱਲ ਵੇਖੋ ਜੀ, ਗੁਰੂ ਹਰਗੋਬਿੰਦ ਸਾਹਿਬ ਵੱਲ। ਮਹਾਰਾਜ ਜਪਜੀ ਸਾਹਿਬ ਦਾ ਪਾਠ ਇੱਕ ਚਿੱਤ ਹੋ ਕੇ ਕੀਤਾ। ਇੱਕ ਓੰਕਾਰ ਸਤਨਾਮ ਕਰਤਾ ਨਿਰਭਉ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਨਾਨਕ ਹੋਸੀ ਪੀ। ਇੱਕ ਚਿੱਤ ਹੋ ਕੇ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਪ੍ਰਭ ਸਰਬ ਕਲਾ ਸਮਰੱਥ ਸੋਏ। ਤੇ ਸਾਰੀਆਂ ਕਲਾ ਸਮਰੱਥ ਨੇ ਗੁਰੂ ਹਰਗੋਬਿੰਦ ਸਾਹਿਬ। ਘਟ ਘਟ ਕੇ ਅੰਤਰ ਕੀ ਜਾਣਨ ਵਾਲੇ ਨੇ। ਹਾਂਜੀ, ਪਾਠ ਅੰਤ ਕੀਨ ਸਿਰ ਕੋ ਨਿਵਾਏ। ਤੇ ਇਹ ਵੀ ਸੁਣ ਲਓ, ਇਹ ਸਿੱਖਿਆ ਵੀ ਲੈਣੀ ਹੈ। ਜਦੋਂ ਗੁਰਬਾਣੀ ਦਾ ਪਾਠ ਸੰਪੂਰਨ ਹੋ ਜੇ, ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ ਕਰੋ। ਹੁਣ ਵੀ ਝੁਕਾਓ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਜੁਗਤ ਮਰਜ਼ਾਦਾ ਜੀ। ਹੁਣ ਕਈਆਂ ਨੂੰ ਨਹੀਂ ਪਤਾ ਹੁੰਦਾ ਜੀ, ਉਹ ਗੁਰਬਾਣੀ ਪੜ੍ਹਦੇ ਜੀ, ਬੈਠੇ ਵੀ ਬੜੀ ਆਕੜ ਵਿੱਚ ਹੁੰਦੇ ਜੀ। ਜਦੋਂ ਪੜ੍ਹਦੇ ਜੀ, ਪੜ੍ਹਨ ਤੋਂ ਬਾਅਦ ਵੀ ਨਾ ਜੀ ਮਹਿਸੂਸ ਹੀ ਨਹੀਂ ਹੁੰਦਾ ਵੀ ਉਹਨਾਂ ਗੁਰਬਾਣੀ ਦਾ ਪਾਠ ਕੀਤਾ ਜੀ। ਜਦੋਂ ਜਪਜੀ ਸਾਹਿਬ ਦਾ ਭੋਗ ਪਿਆ ਨਾ, ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ। ਮਹਾਰਾਜ ਨੇ ਸਿਰ ਨਵਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਹਾਂਜੀ, ਤਬ ਸੁਣੀ ਤੁਫੰਗਨ ਧੋਨੇ ਉਠਾਏ। ਉਧਰੋਂ ਸਿਰ ਝੁਕਾਇਆ ਸੱਚੇ ਪਾਤਸ਼ਾਹ ਨੇ, ਉਧਰੋਂ ਗੋਲੀਆਂ ਦੀ ਆਵਾਜ਼ ਆਈ ਜੀ। ਗੋਲੀਆਂ ਚੱਲਣ ਦੀ ਆਵਾਜ਼ ਆਈ। ਇੱਥੇ ਗੋਲੀਆਂ ਵਾਲੇ ਸਾਹਮਣੇ ਬੈਠੇ ਪੁਲਿਸ ਵਾਲੇ, ਇਹਨਾਂ ਨੂੰ ਪਤਾ ਕਿਹੋ ਜਿਹੀਆਂ ਆਵਾਜ਼ਾਂ ਹੁੰਦੀਆਂ ਜੀ। ਹਾਂਜੀ, ਗੋਲੀਆਂ ਚੱਲਣ ਦੀ ਆਵਾਜ਼ ਆਈ ਜੀ। ਹਾਂਜੀ, ਸਵਧਾਨ ਵੀਰ ਕੇ ਅਗਰ ਠਾਂਡ। ਹਾਂਜੀ, ਰਣ ਭਇਓ ਪ੍ਰਥਮ ਤਹਿ ਰੋਸ ਬਾਂਡ। ਤੇ ਕਹਿਣ ਲੱਗੇ ਸਾਵਧਾਨ ਸੂਰਬੀਰ ਜਿਹੜੇ ਅੱਗੇ ਖੜੇ ਸਨ, ਕਹਿਣ ਲੱਗੇ ਉਹਨਾਂ ਨੇ ਫਿਰ ਜੰਗ ਰੋਸ ਵਧਾ ਕੇ ਸ਼ੁਰੂ ਕਰ ਦਿੱਤਾ ਜੀ। ਉਧਰੋਂ ਜੀ ਉਹਨਾਂ ਗੋਲੀਆਂ ਦਾ ਜਵਾਬ ਦੇਣਾ ਸ਼ੁਰੂ ਕਰਤਾ, ਜਿਨ੍ਹਾਂ ਆਪਣੇ ਵੱਲੋਂ ਪੂਰਾ ਵਿਚਾਰ ਬਣਾਇਆ ਸੀ ਵੀ ਕਰਤਾਰਪੁਰ ਸਾਹਿਬ ਇਹਨਾਂ ਦੇ ਪੈਰ ਨਹੀਂ ਪੈਣ ਦੇਣੇ ਆਪਾਂ। ਹਾਂਜੀ, ਜਿਮ ਪਾਠ ਬਿਖੇ ਪੁਯੰਤ ਧਾਨ, ਸੁਣਿਅੰਤ ਤਥਾ ਬਹੁ ਸ਼ਬਦ ਕਾਣ। ਜਿਵੇਂ ਭੱਠੀ ਵਿੱਚ ਚੌਲ ਭੁੱਜਦੇ ਨਾ ਜੀ, ਲਗਾਤਾਰ ਹੀ ਆਵਾਜ਼ ਆਉਂਦੀ ਜਦੋਂ ਭੁੱਜਣੇ ਸ਼ੁਰੂ ਹੋ ਜਾਂਦੇ, ਉਵੇਂ ਗੋਲੀਆਂ ਦੀ ਲਗਾਤਾਰ ਹੀ ਆਵਾਜ਼ ਆ ਰਹੀ, ਠਾ 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 ਹੁੰਦੀ ਜੀ। ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਕਰਕੇ ਉੱਠੇ ਜੀ। ਹਾਂਜੀ, ਤਬ ਭਣਿਓ ਬਿਪਰ ਸੋ ਸ਼ਿਪਰ ਜਾਏ, ਲੱਖੂ ਸੋ ਵੀਰ ਦੀਜੇ ਚੜਾਏ। ਹੁਣ ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ ਜੀ ਫਿਰ ਬਾਬਾ ਜੀ ਜਾਤੀ ਮਲਕ ਜੀ ਨੂੰ ਆਖਿਆ ਵੀ ਛੇਤੀ ਜਾਓ ਤੇ ਭਾਈ ਲੱਖੂ ਨੂੰ ਸਾਡੇ ਕੋਲ ਸੱਦੋ। ਕਹਿਣ ਲੱਗੇ ਭਾਈ ਲੱਖੂ ਜੀ ਨੂੰ ਸੱਦੋ। ਹਾਂਜੀ, ਜਬ ਹਤੀ ਸਾਂਗ ਰਣ ਪ੍ਰਥਮ ਮਾਹੇ, ਕਿਆ ਸੈਨਪਤੀ ਲੱਖ ਸ਼ੁਭਟ ਤਾਹੇ। ਜਦੋਂ ਭਾਈ ਲੱਖੂ ਜੀ ਨੇ ਲੋਹਗੜ੍ਹ ਸਾਹਿਬ ਵਾਲੀ ਜੰਗ ਵਿੱਚ ਤੀਰ ਚਲਾਏ ਸੀ ਨਾ ਜੀ, ਬੜੇ ਕਮਾਲ ਦੇ, ਉਦੋਂ ਭਾਈ ਲੱਖੂ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸੈਨਾਪਤੀ ਦਾ ਖਿਤਾਬ ਦਿੱਤਾ ਸੀਗਾ ਜੀ। ਮਹਾਰਾਜ ਕਹਿਣ ਲੱਗੇ ਸਾਡੇ ਸੈਨਾਪਤੀ ਲੱਖੂ ਨੂੰ ਸੱਦੋ। ਕਹਿਣ ਲੱਗੇ ਹਾਂਜੀ, ਗੁਰ ਕਹਿਓ ਪੰਚ ਸੈਨ ਸੈ ਸੰਗ, ਤੁਰਕਾਨ ਹਾਣ ਹੈ ਤਰਚ ਹੈ ਜੰਗ। ਸੱਚੇ ਪਾਤਸ਼ਾਹ ਦੀ ਗੱਲ ਸੁਣ ਕੇ ਭਾਈ ਲੱਖੂ ਜੀ ਆ ਗਏ। ਸੱਚੇ ਪਾਤਸ਼ਾਹ ਭਾਈ ਲੱਖੂ ਜੀ ਨੂੰ ਕਹਿਣ ਲੱਗੇ 500 ਸਿੱਖ ਨਾਲ ਲੈ ਜਾਓ। ਕਹਿਣ ਲੱਗੇ ਹਾਂਜੀ, ਉੱਥੇ ਜਿਹੜਾ ਸਿੱਖ ਹੈ ਉਹ ਮਿਲਾ ਲਓ, ਜਿਹੜੇ ਇੱਥੇ ਨੇ ਤੁਸੀਂ 500 ਸਿੱਖ ਨਾਲ ਲੈ ਲਓ। ਕਹਿਣ ਲੱਗੇ
ਤੇ ਜਾਓ ਜੰਗ ਵਿੱਚ ਜਾ ਕੇ ਦਿਨ ਹੁੰਦੇ ਤੱਕ ਮੁਕਾਬਲਾ ਤੁਸੀਂ ਕਰਨਾ ਕਹਿਣ ਲੱਗੇ। ਹਾਂਜੀ, ਭਟ ਮਿਹਰ ਚੰਦ ਅਮੀਆਂ ਸੋ ਦੋਏ। ਉਧਰੋਂ ਦੋ ਸੂਰਮੇ ਹੋਰ ਮਿਹਰ ਚੰਦ ਜਿਹੜੇ ਭੱਟ ਸਨ ਜੀ। ਹਾਂਜੀ, ਫਿਰ ਭਾਈ ਅਮੀਆਂ ਜੀ। ਹਾਂਜੀ, ਦਲ ਸੰਗ ਚਾਰ ਲੈ ਲਹਿ ਸੋਏ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਵੀ 400 ਬੰਦਾ ਤੁਸੀਂ ਤਿਆਰ ਰੱਖੋ ਕਹਿਣ ਲੱਗੇ ਆਪਣਾ। ਇਹਨਾਂ ਤੋਂ ਬਾਅਦ ਤੁਸੀਂ ਜਾਣਾ ਕਹਿਣ ਲੱਗੇ 400 ਬੰਦਾ ਲੈ ਕੇ। ਹਾਂਜੀ, ਤਿਸ ਕੀ ਸਹਾਇ ਮਹਿ ਸਾਵਧਾਨ। ਭਾਈ ਲੱਖੂ ਜੀ ਦੀ ਸਹਾਇਤਾ ਵਿੱਚ ਸਾਵਧਾਨ ਹੋ ਕੇ ਰਹੋ ਕਹਿਣ ਲੱਗੇ। ਹਾਂਜੀ, ਚਾਹੋਂ ਦਿਸ਼ਾ ਰਹੇ ਰਿਪ ਕਰਹਿ ਹਾਨ। ਦੁਸ਼ਮਣ ਚਾਰੇ ਪਾਸਿਓਂ ਆਇਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਜਿਵੇਂ ਕਰਤਾਰਪੁਰ ਸਾਹਿਬ ਗੋਲ ਹੋਵੇ ਤੇ ਚਾਰੇ ਪਾਸਿਓਂ ਆ ਜੇ ਨਾ ਜੀ ਦੁਸ਼ਮਣ। ਮਹਾਰਾਜ ਕਹਿੰਦੇ ਦੁਸ਼ਮਣ ਚਾਰੇ ਪਾਸਿਓਂ ਆਇਆ, ਸਾਨੂੰ ਇੱਥੇ ਬੈਠਿਆਂ ਨੂੰ ਪਤਾ ਕਹਿਣ ਲੱਗੇ। ਤੇ ਤੁਸੀਂ ਚਾਰੋਂ ਪਾਸੋਂ ਹੀ ਆਪਣਾ 500 ਬੰਦਾ ਫੈਲਾ ਦਿਓ, ਇੱਕ ਵੀ ਬੰਦਾ ਇੱਧਰ ਪੈਰ ਨਾ ਪਾਵੇ ਕਹਿਣ ਲੱਗੇ। ਹਾਂਜੀ, 900 ਸੌਰ ਹੈ ਸੇਖ ਜੋਏ। ਤੇ ਬਾਕੀ ਸਵਾਲ ਪਤਾ ਕਿੰਨੇ ਬੱਚੇ ਜੀ? ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲੜਨ ਵਾਲੇ ਯੋਧੇ 900 ਤੇ ਘੱਲ ਦਿੱਤਾ ਜੀ, 500 ਵੱਖਰਾ ਤੇ 400 ਵੱਖਰਾ। ਇਹਨਾਂ ਦੀ ਤੇ ਵੰਡ ਹੋ ਗਈ ਜੀ। ਤੇ 900 ਸਿੱਖ ਸੀ ਜਿਹੜਾ ਬਚਿਆ ਸੀ ਗਿਣਤੀ ਦਾ ਜੀ, 900 ਸਿੱਖ ਜੀ। ਤੇ ਫੌਜ ਕਿੰਨੀ ਜੀ? 1 ਲੱਖ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਗਭਗ 1 ਲੱਖ ਜੀ। ਇਧਰ ਗਿਣਤੀ ਦੇ 1800 ਬੰਦੇ ਦੀ, 1800। ਹਾਂਜੀ, ਪੁਰ ਕਰਹਿ ਰਸ ਚਹੁ ਦਿਸਨ ਸੋਏ। ਹਾਂਜੀ, ਭਟ ਹੋਤੇ ਅਸ਼ਟ 10 ਸੈ ਤੁਰੰਗ। ਹਾਂਜੀ। ਜੋ ਬਚੈ ਕਰਤ ਜੰਗਲ ਸੋ ਜੰਗ। ਤੇ ਗੁਰਮੁਖੋ ਇਹ ਇੰਨੇ ਕੁ ਸਿੱਖ ਸਨ ਜੀ ਜਿਹੜੇ ਮਾਲਵੇ ਦੀ ਜੰਗ ਤੋਂ ਬਚੇ ਹੋਏ ਸੀਗੇ ਜੀ। ਹਾਂਜੀ, ਤੀਜੀ ਜੰਗ ਵਿੱਚੋਂ 1800 ਸਿੱਖ ਬਚਿਆ ਸੀ, ਜੰਗ ਵਿੱਚ ਸ਼ਹੀਦ ਹੋ ਗਏ ਸਨ। ਬਾਕੀ ਇਹਨੇ 1800 ਸਿੱਖਾਂ ਦੇ ਨਾਲ ਮਹਾਰਾਜ ਨੇ ਫੁਰਨਾ ਬਣਾਇਆ ਵੀ ਜੰਗ ਮਚਾਉਣੀ ਹੋਣਾ। ਹਾਂਜੀ, ਸਿੱਖ ਹੋਤੇ ਬਹੁਤ ਦੇਸ਼ਾਨ ਆਏ। ਸਭ ਹੋਏ ਸੋ ਚੇਤ ਸਤਿਗੁਰ ਅਲਾਏ। ਬਾਕੀ ਹੋਰ ਸਿੱਖ ਆਏ ਸਨ ਕਈ ਦਿਸ਼ਾਵਾਂ ਤੋਂ ਨਮਸਕਾਰ ਕਰਨ। ਉਹਨਾਂ ਵਿੱਚੋਂ ਜਿਹੜੇ ਹਥਿਆਰ ਚਲਾਉਣਾ ਜਾਣਦੇ ਸਨ ਨਾ, ਗੁਰੂ ਜੀ ਦਾ ਹੁਕਮ ਮੰਨ ਕੇ ਉਹ ਵੀ ਸਾਵਧਾਨ ਹੋ ਗਏ। ਮਹਾਰਾਜ ਸਾਨੂੰ ਵੀ ਹੁਕਮ ਕਰੋ, ਅਸੀਂ ਵੀ ਸੱਚੇ ਪਾਤਸ਼ਾਹ ਜੰਗ ਵਿੱਚ ਸ਼ਹੀਦ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵੀ ਇਹਨਾਂ ਦਾ ਮੁਕਾਬਲਾ ਕਰਨਾ। ਹਾਂਜੀ, ਦਿਜ ਮਲਕ ਜਾਤ ਸੁਣ ਹੁਕਮ ਧਾਏ। ਲੱਖੂ ਪ੍ਰਚੰਡ ਦੀਨਸ ਚੜਾਏ। ਤੇ ਭਾਈ ਜਾਤੀ ਮਲਕ ਜੀ ਨੇ ਫਿਰ ਲੱਖੂ ਜੀ ਨੂੰ ਫੌਜਾਂ ਤੇ ਚੜਾ ਦਿੱਤਾ। 500 ਸਿੱਖ ਨਾਲ ਦੇ ਕੇ ਆਖਿਆ ਲੱਖੂ ਜੀ ਤੁਸੀਂ ਇਸ ਜੰਗ ਦੇ ਪਹਿਲੇ ਸੈਨਾਪਤੀ 'ਚ ਜਾਓ, ਦੁਸ਼ਮਣਾਂ ਨੂੰ ਮਾਰ ਕੇ ਸੁੱਟ ਦਿਓ ਇੱਕ ਵਾਰ। ਹਾਂਜੀ, ਪਸ਼ਚਾਤ ਸੈਨਪਤ ਜੋਗ ਸੁਚੇਤ। ਸੁਣ ਹੁਕਮ ਚੰਡੇ ਵੱਡ ਜੰਗ ਹੇਤ। ਤੇ 2 ਸੈਨਾਪਤੀ ਹੋਰ ਤੁਹਾਡੇ ਪਿੱਛੇ ਕੱਲ ਰਹੇ, ਭਾਈ ਮਿਹਰ ਚੰਦ ਜੀ ਤੇ ਭਾਈ ਅਮੀਆਂ ਜੀ। ਉਹ ਵੀ ਤੁਹਾਡੇ ਪਿੱਛੇ ਆ ਰਹੇ ਨੇ ਤੇ ਤੁਸੀਂ ਜਾ ਕੇ ਨਿਸ਼ਚਿੰਤ ਹੋ ਕੇ ਜੰਗ ਕਰੋ। ਹਾਂਜੀ, ਬਹੁ ਭਇਓ ਕੋਲਾਹਲ ਸਗਲ ਥਾਨ। ਚਲ ਜਵਾਲਾ ਬਮਣੀ ਸ਼ਬਦ ਠਾਣ। ਦੁਸ਼ਟਾਂ ਨੇ ਫਿਰ ਕਰਤਾਰਪੁਰ ਸਾਹਿਬ ਸੰਗਤਾਂ ਉੱਤੇ ਤੇ ਹੋਰ ਘਰਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ। ਗੋਲੀਆਂ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਜੀ, ਬਹੁਤ ਉੱਚੀ ਉੱਚੀ। ਤੁਹਾਨੂੰ ਪਤਾ ਜਦੋਂ ਗੋਲੀਆਂ ਚੱਲਦੀ ਠਾ ਠਾ ਦੀਆਂ ਆਵਾਜ਼ਾਂ ਆਉਂਦੀਆਂ ਜੀ, ਠਾ ਠਾ ਦੀਆਂ ਆਵਾਜ਼ਾਂ ਆਉਂਦੀਆਂ ਜੀ। ਹਾਂਜੀ, ਸੂਰਨ ਆਨੰਦ ਕਾਤੁਰ ਡਰੰਤ। ਜਿਹੜੇ ਤੇ ਸੂਰਮੇ ਸਨ ਉਹਨਾਂ ਨੂੰ ਤੇ ਆਵਾਜ਼ ਸੁਣ ਸੁਣ ਆਵੇ ਆਨੰਦ, ਤੇ ਜਿਹੜੇ ਡਰਪੋਕ ਸਨ ਉਹ ਆਵਾਜ਼ ਸੁਣ ਸੁਣ ਡਰ ਜਾਣ ਜੀ। ਹਾਂਜੀ, ਗੁਰ ਕੇ ਨਿਸ਼ਾਨ ਉੱਚੇ ਬਜੰਤ। ਉੱਚਾ ਗੁਰੂ ਦਾ ਨਿਸ਼ਾਨ ਲੱਗਾ ਜੀ, ਉੱਚਾ ਜੀ। ਹਾਂਜੀ, ਚਾਹੁੰਦੇ ਨੇ ਇਹ ਮੁਗਲ ਵੀ ਜਿਸ ਥਾਂ ਤੇ ਗੁਰੂ ਸਾਹਿਬ ਨੇ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਜੀਏ ਜੀ। ਪੈਂਦੇ ਖਾਨ ਦੀ ਜ਼ਿੰਮੇਵਾਰੀ ਲੱਗੀ ਹੈ ਵੀ ਤੂੰ ਗੁਰੂ ਸਾਹਿਬ ਨੂੰ ਫੜ ਕੇ ਇਸ ਪਾਸੇ ਲੈ ਕੇ ਆਉਣਾ। ਹਾਂਜੀ, ਤਬ ਸ਼੍ਰੀ ਗੁਰ ਦਿੱਤਾ ਨਿਕਟ ਆਏ। ਹਾਂਜੀ, ਹੋਏ ਸੰਦ ਬਾਦਰ ਪਲਰਨ ਚਾਏ। ਉਧਰੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਸਭ ਤੋਂ ਵੱਡੇ ਸਪੁੱਤਰ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ। ਸਾਰੇ ਆਖੋ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ। ਬਾਬਾ ਗੁਰਦਿੱਤਾ ਸਾਹਿਬ। ਬਾਬਾ ਗੁਰਦਿੱਤਾ ਜੀ ਬੜੇ ਵੱਡੇ ਸੂਰਮੇ। ਉਹ ਤੇ ਪਹਿਲਾਂ ਹੀ 2 ਜੰਗਾਂ ਹੋ ਗਈਆਂ ਤੇ ਜਦੋਂ ਮਹਾਰਾਜ ਨੇ ਤੀਜੀ ਦੀ ਗੱਲ ਕੀਤੀ ਨਾ ਵੀ ਆਪਾਂ ਮਾਲ ਵਿੱਚ ਜਾਣਾ, ਤੇ ਬਾਬਾ ਗੁਰਦਿੱਤਾ ਜੀ ਪਹਿਲਾਂ ਆਖਣ ਵੀ ਮਹਾਰਾਜ ਮੇਰਾ ਵੀ ਜੰਗ ਕਰਨ ਨੂੰ ਚਿੱਤ ਕਰਦਾ ਤੇ ਮੈਨੂੰ ਨਾਲ ਖੜੋ। ਤੇ ਮਹਾਰਾਜ ਨੇ ਉੱਥੇ ਹੀ ਬਚਨ ਕਰਤਾ ਸੀ, ਗੁਰਦਿੱਤਾ ਜੀ ਹੁਣ ਇਸ ਵਾਰ ਤੇ ਨਹੀਂ, ਅਗਲੀ ਜੰਗ ਵਿੱਚ ਤੁਹਾਨੂੰ ਨਾਲ ਲਵਾਂਗੇ ਕਹਿਣ ਲੱਗੇ।
ਹਾਂਜੀ। ਤੇ ਬਾਬਾ ਗੁਰਦਿੱਤਾ ਜੀ ਸ਼ਾਂਤ ਹੋ ਗਏ ਸੀ ਸੁਣ ਕੇ। ਹੁਣ ਸਮਾਂ ਆ ਗਿਆ ਜੀ। ਬਾਬਾ ਗੁਰਦਿੱਤਾ ਜੀ ਨੂੰ ਲੱਗ ਗਿਆ ਪਤਾ ਵੀ ਹੁਣ ਜੰਗ ਹੋਣ ਲੱਗੀ। ਬਾਬਾ ਗੁਰਦਿੱਤਾ ਜੀ ਦਾ ਪੁੱਤਰ ਹੀ ਆ ਤੀਰਮਲ ਜੀ, ਤੇ ਉਹ ਵੇਖੋ ਪੈਂਦੇ ਖਾਨਾ ਜਾ ਰਲਿਆ ਜੀ। ਤੇ ਬਾਬਾ ਗੁਰਦਿੱਤਾ ਜੀ ਉਹਦੇ ਬਾਪ ਹੋ ਕੇ ਕਿਵੇਂ ਹਥਿਆਰ ਸਜਾ ਲਏ ਜੀ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਆਉਂਦੀਆਂ ਤਿਆਰੀਆਂ ਕਰ ਲੀਆਂ। ਹਾਂਜੀ। ਪਿਤ ਕੀ ਨਦੇਸ਼ ਚਾਹਤ ਵਿਸਾਲ। ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਚਾਹੁੰਦੇ ਵੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਹੁਕਮ ਕਰਨ ਤੇ ਮੈਂ ਵੀ ਜੰਗ ਵਿੱਚ ਜਾਵਾਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹੜੇ ਤੇ ਸਾਹਿਬਜ਼ਾਦੇ ਉਹ ਇਸੇ ਤਰ੍ਹਾਂ ਕਰਦੇ ਜੀ। ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਵੀ ਇਸੇ ਤਰ੍ਹਾਂ ਕੀਤਾ, ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਵੀ। ਹਾਂਜੀ। ਬਾਬਾ ਗੁਰਦਿੱਤਾ ਜੀ ਆਪੇ ਹੀ ਸ਼ਸਤਰ ਬਸਤਰ ਸਜਾ ਕੇ ਸੱਚੇ ਪਾਤਸ਼ਾਹ ਦੇ ਸਾਹਮਣੇ ਉਹ ਆਏ ਜੀ। ਅਜੇ ਬਾਬਾ ਗੁਰਦਿੱਤਾ ਜੀ ਬ੍ਰਹਮ ਗਿਆਨੀ ਸਿੱਖ ਸਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿਣ ਦਾ ਭਾਵ ਇਹ ਵੀ ਮਰੀ ਹੋਈ ਗਾਂ ਨੂੰ ਇਹਨਾਂ ਜਿੰਦਿਆਂ ਕੀਤਾ ਕੋਈ ਛੋਟੀ ਗੱਲ ਥੋੜੀ ਸੀਗੀ ਜੀ। ਬੜੇ ਵੱਡੇ ਨਾਮ ਦੇ ਅਭਿਆਸੀ ਪੁਰਸ਼ ਸਨ, ਬੜੀਆਂ ਵੱਡੀਆਂ ਮਿਹਰਾਂ ਤੇ ਬਖਸ਼ਿਸ਼ਾਂ ਸਨ ਜੀ। ਗੁਰੂ ਸਾਹਿਬ ਦੇ ਬਾਪ ਵੀ ਨੇ ਗੁਰੂ ਹਰਿਰਾਏ ਸਾਹਿਬ ਦੇ। ਹਾਂਜੀ। ਇਹਨਾਂ ਆਖਿਆ ਮਹਾਰਾਜ ਮੈਂ ਤੁਹਾਨੂੰ ਉਡੀਕਣ ਦਿਆਂ, ਮੈਨੂੰ ਹੁਕਮ ਕਰੋ ਮੈਂ ਵੀ ਜੰਗ ਵਿੱਚ ਜਾਣਾ। ਹਾਂਜੀ। ਕਰ ਧਰਿਓ ਤਨੁਖ ਨਿਸਠੁਰ ਕਰਾਲ। ਹਾਂਜੀ। ਮਿਲ ਸੁਬਟਨ ਮਹਿ ਪੂਰਬ ਕਹੰਤ। ਹਾਂਜੀ। ਰਣ ਸਮੇਂ ਨਾ ਪਿਤ ਕੇ ਢਿਗ ਰਹੰਤ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਤੁਸੀਂ ਪਹਿਲਾਂ ਮੈਨੂੰ ਆਖਿਆ ਸੀ, ਪਹਿਲੀਆਂ ਜੰਗਾਂ ਵਿੱਚ ਤੁਸੀਂ ਮੈਨੂੰ ਆਪਣੇ ਕੋਲ ਨਹੀਂ ਰੱਖਿਆ। ਪਹਿਲੀ ਜੰਗ ਹੈ ਅਸੀਂ ਜੰਗ ਹੋ ਰਹੀ ਤੇ ਮੈਂ ਤੁਹਾਡੇ ਕੋਲ ਆ। ਮਹਾਰਾਜ ਮੈਨੂੰ ਹੁਕਮ ਕਰੋ, ਮੇਰਾ ਵੀ ਚਿੱਤ ਕਰਦਾ ਜਾ ਕੇ ਜੰਗ ਕਰਨ ਦਾ। ਹਾਂਜੀ। ਚਿਤ ਚਾਹਤ ਰਹਿਤ ਲਹਿ ਮੁਦਤ ਵਾਣ। ਲੱਖ ਪੁੱਤਰ ਕਾਮਣਾ ਗੁਰ ਬਖਾਣ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਬਾਬਾ ਗੁਰਦਿੱਤਾ ਜੀ ਨੇ ਆਪ ਆ ਕੇ ਆਖਿਆ ਨਾ ਵੀ ਸੱਚੇ ਪਾਤਸ਼ਾਹ ਮੈਂ ਵੀ ਜੰਗ ਵਿੱਚ ਜਾਣਾ ਚਾਹੁੰਦਾ, ਗੁਰੂ ਹਰਗੋਬਿੰਦ ਸਾਹਿਬ ਬਾਬਾ ਗੁਰਦਿੱਤਾ ਜੀ ਨੂੰ ਸ਼ਾਬਾਸ਼ੇ ਦਿੰਦੇ ਜੀ। ਕਹਿਣ ਲੱਗੇ ਸ਼ਾਬਾਸ਼ੇ ਗੁਰਦਿੱਤਾ ਜੀ, ਸਾਨੂੰ ਤੁਹਾਡੇ ਤੋਂ ਇਹੋ ਹੀ ਉਮੀਦ ਸੀ। ਜਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਨਾ ਜੀ, ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਬਾਬਾ ਜੀ ਦਾ ਜਨਮ ਹੋਇਆ ਤੇ ਬਾਬਾ ਜੀ ਦਾ ਨਾਮ ਰੱਖਣਾ ਹੀ ਮਾਤਾ ਦਮੋਦਰੀ ਜੀ ਨੂੰ ਵੱਖਰਾ ਚਾਅ ਚੜਿਆ ਸੀ, ਮਾਤਾ ਗੰਗਾ ਜੀ ਨੂੰ ਵੱਖਰਾ ਚਾਅ ਚੜਿਆ ਜੀ। ਹਾਂਜੀ। ਤੇ ਮਾਤਾ ਗੰਗਾ ਜੀ ਪੁੱਛਦੇ ਸੀ ਵੀ ਮਹਾਰਾਜ ਇਹਦਾ ਨਾਮ ਕੀ ਰੱਖਣਾ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਪੁੱਤਰ ਦਿੱਤਾ, ਇਹ ਗੁਰਦਿੱਤਾ ਕਹਿਣ ਲੱਗੇ, ਇਹ ਗੁਰੂ ਦਾ ਦਿੱਤਾ ਹੋਇਆ ਪੁੱਤਰ ਹੈ ਕਹਿਣ ਲੱਗੇ। ਤੇ ਨਾਮ ਗੁਰਦਿੱਤਾ ਰੱਖਿਆ ਸੀ, ਆਖਿਆ ਸੀ ਬੜਾ ਵੱਡਾ ਸੂਰਮਾ ਹੋਏਗਾ ਕਹਿਣ ਲੱਗੇ। ਹੁਣ ਵੇਖੋ ਨਾ ਜੀ, ਤੁਸੀਂ ਆਪ ਮਹਿਸੂਸ ਕਰੋ, ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਤੇ ਬਾਬਾ ਗੁਰਦਿੱਤਾ ਜੀ ਪੁੱਤਰ ਕਿਹਦੇ ਨੇ ਫਿਰ? ਗੁਰੂ ਹਰਗੋਬਿੰਦ ਸਾਹਿਬ ਦੇ ਜੀ। ਜੋਸ਼ ਤੇ ਆਉਣਾ ਹੀ ਹੈ। ਮਹਾਰਾਜ ਨੇ ਸ਼ਾਬਾਸ਼ ਆਖਿਆ ਬਾਬਾ ਗੁਰਦਿੱਤਾ ਜੀ ਨੂੰ, ਆਖਿਆ ਸ਼ਾਬਾਸ਼ ਤੁਸੀਂ ਬਹੁਤ ਵਧੀਆ ਆਖਿਆ ਕਹਿਣ ਲੱਗੇ। ਹਾਂਜੀ। ਜਬ ਲਗ ਸੋ ਨਿਸਾਰਹਿ ਅੰਧਕਾਰ। ਪਰ ਅਪਰ ਲਰਨ ਨ ਪਰ ਚਨਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਬਾਬਾ ਜੀ ਗੱਲ ਧਿਆਨ ਨਾਲ ਸੁਣੋ, ਮੈਂ ਫਿਰ ਬੇਨਤੀ ਕਰਾਂ ਗੁਰਮੁਖੋ, ਬਾਬਾ ਗੁਰਦਿੱਤਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਬਾਬਾ ਜੀ ਕਹਿੰਦੇ ਹੁੰਦੇ ਸੀਗੇ ਜੀ। ਕਿਉਂ? ਗੁਰੂ ਦੇ ਪਿਤਾ ਵੀ ਨੇ ਨਾ ਜੀ। ਮਹਾਰਾਜ ਸਤਿਕਾਰ ਕਰਦੇ ਹੁੰਦੇ ਸੀ ਉਹਨਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਰਾਤ ਨੂੰ ਜਿਨ੍ਹਾਂ ਜੰਗ ਕਰਨੀ ਉਹਨਾਂ ਦਾ ਤੇ ਫੈਸਲਾ ਹੋ ਚੁੱਕਾ, ਭਾਈ ਲੱਖੂ ਜੀ ਜੰਗ ਕਰਨਗੇ ਰਾਤ ਨੂੰ, ਤੇ ਤੁਸੀਂ ਹੁਣ ਦਿਨ ਸਮੇਂ ਆਇਓ ਕਹਿਣ ਲੱਗੇ। ਹਾਂਜੀ। ਤਬ ਲਗੇ ਨਗਰ ਮੈਂ ਰਹੋ ਫਿਰੰਤ। ਉਹਨਾਂ ਚਿਰ ਤੱਕ ਨਗਰ ਵਿੱਚ ਫਿਰਦੇ ਰਹੋ, ਲੋਕਾਂ ਨੂੰ ਸਾਵਧਾਨ ਕਰਦੇ ਰਹੋ। 10 ਲੱਖ ਫੌਜ ਦਾ ਹਮਲਾ ਹੋ ਚੁੱਕਾ। ਹਾਂਜੀ। ਸਾਵਧਾਨ ਸਭ ਨੇ ਜੋਧਾ ਕਰੰਤ। ਹਾਂਜੀ। ਹੋਏ ਪ੍ਰਾਤ ਲਰਹਿ ਤਬ ਖੇਤ ਮਾਹੇ। ਤੇ ਜਿਹੜੇ ਸਿੱਖਾਂ ਨੂੰ ਸਵਾਇਆ ਸੀ ਨਾ, ਅਸੀਂ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਧਿਆਂ ਨੂੰ ਆਖਿਆ ਸੀ ਸੌਂ ਜਾਓ, ਮਹਾਰਾਜ ਕਹਿੰਦੇ ਉਹਨਾਂ ਨੂੰ ਉਠਾ ਦਿਓ ਕਹਿਣ ਲੱਗੇ। ਉਹਨਾਂ ਨੂੰ ਦੱਸ ਦਿਓ ਅੰਮ੍ਰਿਤ ਵੇਲਾ ਹੋ ਗਿਆ, ਹੁਣ ਉਹ ਵੀ ਉੱਠਣ, ਗੋਲੀਆਂ ਚੱਲ ਰਹੀਆਂ ਨੇ। ਹਾਂਜੀ। ਗਾਨ ਤੁਰਕ ਆਏ ਹੱਥ ਪ੍ਰਾਣ ਤਾਹੇ। ਤੇ ਤੁਰਕ ਆਏ ਨੇ, ਉਹਨਾਂ ਨੂੰ ਦੱਸ ਦਿਓ ਪ੍ਰਾਣ ਕੱਢ ਕੇ ਰੱਖ ਦਿਓ ਉਹਨਾਂ ਦੇ। ਹਾਂਜੀ। ਏਮ ਪਿਤਾ ਬਾਕ ਕੋ ਸੀਸ ਧਾਰ। ਇਸ ਤਰੀਕੇ ਨਾਲ ਬਾਬਾ ਗੁਰਦਿੱਤਾ ਜੀ ਨੇ 7 ਬਚਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਦਿਨੇ ਜੰਗ ਕਰਾਂਗਾ,
ਰਾਤ ਸਾਰੀ ਨਗਰ ਵਿੱਚ ਫਿਰ ਕੇ ਲੋਕਾਂ ਨੂੰ ਸਾਵਧਾਨ ਕਰਾਂਗਾ। ਹਾਂਜੀ ਹੈ ਚੜਿਓ ਫਿਰਤ ਸੂਰਨ ਮਝਾਰ ਤੇ ਆਪ ਸੂਰਮੇ ਘੋੜਿਆਂ ਤੇ ਇਧਰ ਉਧਰ ਦੌੜਨ ਦੇ ਬਾਬਾ ਗੁਰਦਿੱਤਾ ਜੀ ਸਮੇਤ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਮਾਤਾ ਨਾਨਕੀ ਜੀ ਅਰਦਾਸਾਂ ਕਰਨ, ਗੁਰੂ ਨਾਨਕ ਸਾਹਿਬ ਸਾਡੀ ਸਹਾਇਤਾ ਕਰਿਓ। ਮਾਤਾ ਮਰਵਾਹੀ ਜੀ ਅਰਦਾਸਾਂ ਕਰਨ, ਮਹਾਰਾਜ ਸਾਡੇ ਤੇ ਕਿਰਪਾ ਕਰਿਓ, ਗੁਰੂ ਘਰ ਦੀ ਜਿੱਤ ਹੋਵੇ ਜੀ। ਗੁਰਮੁਖੋ ਇਹ ਛੋਟੀ ਮੋਟੀ ਗੱਲ ਨਹੀਂ ਜਿਹੜੀ ਤੁਸੀਂ ਕਥਾ ਸੁਣਨ ਦੇ ਹੋ। ਗੱਜ ਕੇ ਆਖੋ ਵਾਹਿਗੁਰੂ। 1800 ਲੜਨ ਵਾਲਾ ਯੋਧਾ ਜੀ ਤੇ ਕੁਝ ਹੋਰ ਸਿੱਖ ਜੀ ਨਾਲ ਸੰਗਤਾਂ ਤੇ ਇੱਕ ਬੰਨੇ 1 ਲੱਖ ਬੰਦਾ ਉਹਨਾਂ ਨੂੰ ਮਾਰਨ ਵਾਸਤੇ ਆ ਜੇ ਤੇ ਉਹ 1800 ਜੱਟ ਜਾਣ ਜੀ। ਪਤਾ ਕਿਉਂ ਜੀ? ਉਹਨਾਂ 1800 ਦੇ ਸਿਰ ਤੇ ਕੌਣ ਖਲੋਤਾ ਜੀ? ਗੁਰੂ ਹਰਗੋਬਿੰਦ ਸਾਹਿਬ ਖਲੋਤੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਤੇ ਤੁਸੀਂ ਬਾਣੀ ਪੜ੍ਹਦੇ ਹੋ ਸਾਰੇ। ਮਹਾਰਾਜ ਬਾਣੀ ਚ ਪਤਾ ਕੀ ਕਹਿੰਦੇ? ਸਿਰ ਉੱਪਰ ਠਾਡਾ ਗੁਰਸੂਰਾ। ਠਾਡਾ, ਠਾਡੇ ਦਾ ਅਰਥ ਹੁੰਦਾ ਖਲੋਤਾ। ਭਾਈ ਜਿਹਦੇ ਸਿਰ ਤੇ ਗੁਰੂ ਸੂਰਮਾ ਜੀ ਖਲੋਤੇ ਹੋਣ, ਜਿਹਦੇ ਸਿਰ ਉੱਤੇ ਗੁਰੂ ਸੂਰਮੇ ਦਾ ਹੱਥ ਹੋਵੇ, ਸਿਰ ਉੱਪਰ ਠਾਡਾ ਗੁਰਸੂਰਾ। ਅੱਗੋਂ ਤੁਸੀਂ ਵੀ ਬੋਲੋ, ਨਾਨਕ ਤਾਂ ਕੇ ਕਾਰਜ ਪੂਰਾ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਕਾਰਜ ਕੋਈ ਵੀ ਅਧੂਰਾ ਨਹੀਂ ਰਹਿੰਦਾ ਜੀ। ਉਹਨਾਂ ਦੇ ਸਾਰੇ ਕਾਰਜ ਪੂਰੇ ਹੁੰਦੇ ਜੀ। ਤੇ ਜਦੋਂ ਤੁਹਾਨੂੰ ਵੀ ਕੋਈ ਕਾਰਜ ਹੋਵੇ ਨਾ, ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਤੁਸੀਂ ਸਮਰੱਥ ਜੇ ਸਾਡੇ ਸਿਰ ਤੇ ਹੱਥ ਰੱਖੋ ਮਹਾਰਾਜ। ਜਦੋਂ ਗੁਰੂ ਜੀ ਦਾ ਹੋਵੇ ਹੱਥ ਤੇ ਕੋਈ ਵੀ ਕੰਮ ਅਧੂਰਾ ਨਹੀਂ ਹੋ ਸਕਦਾ। ਇਹ ਗੱਲ ਛੋਟੀ ਨਹੀਂ ਹੈਗੀ। ਲੱਖ ਫੌਜ ਇੱਕ ਪਾਸੇ ਆ ਗਈ, ਇੱਕ ਬੰਨੇ 1800 ਬੰਦਾ ਜੀ। ਬਾਬਾ ਗੁਰਦਿੱਤਾ ਜੀ ਰਾਤ ਤੁਰੇ ਫਿਰਨ ਦੀ ਫੌਜਾਂ ਵਿੱਚ। ਹਾਂਜੀ ਜਿਤ ਗੋਲ ਤੁਰਕ ਕੋ ਆਏ ਜੋਰ ਤਿਤ ਜਾਤ ਸੂਰ ਮੈਂ ਦੌਰ ਦੌਰ। ਤੁਰਕਾਂ ਦਾ ਝੁੰਡ ਹੀ ਆਵੇ, ਕਦੀ 5000 ਦਾ ਝੁੰਡ, ਕਦੀ 6000 ਦਾ ਝੁੰਡ ਆ ਜੇ ਜੀ। ਕਾਲੇ ਖਾਂ ਘੱਲੀ ਜਾਵੇ ਸੂਰਮਿਆਂ ਨੂੰ, ਜਾਓ ਜਾ ਕੇ ਵੜ ਦਿਓ ਸਿੱਖਾਂ ਨੂੰ, ਜਾਓ ਵੜ ਦਿਓ ਜਾ ਕੇ। ਉਧਰ ਹੀ ਗੁਰੂ ਕੇ ਸਿੱਖ ਟੁੱਟ ਕੇ ਪੈ ਜਾਣ ਜੀ। ਇੱਕ ਇੱਕ ਬੰਦਾ ਕਈ 100 ਤੁਰਕਾਂ ਨੂੰ ਮਾਰੇ ਜੀ, ਕਈ 100 ਤੁਰਕ ਨੂੰ ਮਾਰੇ। ਹਾਂਜੀ ਤਜ ਤੁਪਕ ਤੁੰਡ ਕੋ ਤੋਰ ਤੋਰ। ਹਾਂਜੀ ਕਰ ਘੋਰ ਜੰਗ ਦੈ ਮੋਰ ਮੋਰ। ਤੇ ਗੁਰੂ ਕੇ ਸਿੱਖ ਪਤਾ ਕੀ ਕਰਦੇ? ਜਿਹੜੇ ਬੰਦੂਕਾਂ ਫੜ ਕੇ ਅੱਗੇ ਆਉਂਦੇ, ਉਹਨਾਂ ਦੀਆਂ ਬੰਦੂਕਾਂ ਖੋ ਕੇ ਉਹਨਾਂ ਦੇ ਸਿਰ ਵਿੱਚ ਮਾਰਨ ਦੇ ਜੀ। ਉਹਨਾਂ ਦੇ ਸਿਰ ਵਿੱਚ ਮਾਰਨ ਦੇ, ਪਿਛਲੇ ਬੰਨੋਂ ਜਾ ਕੇ ਪਾ ਲੈਂਦੇ ਜੱਫਾ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ, ਉਹ ਜਿਵੇਂ ਅੰਨੇ ਹੀ ਹੋ ਜਾਂਦੇ ਜੀ। ਪਤਾ ਕਿਉਂ ਜੀ? ਤੁਸੀਂ ਖੁਦ ਹਿਸਾਬ ਲਾਓ ਵੀ ਮਦਦ ਕੌਣ ਕਰਨ ਦਿਆ? ਗੁਰੂ ਨਾਨਕ ਸਾਹਿਬ ਜੀ ਦੀ ਸ਼ਕਤੀ ਮਦਦ ਕਰਨ ਦਈ ਜੀ ਪਿੱਛੇ। ਹਾਂਜੀ ਤੀਖਨ ਖਤੰਗ ਤਬ ਸ਼ੋਰ ਸ਼ੋਰ। ਤਿੱਖੇ ਤਿੱਖੇ ਤੀਰ ਭਾਈ ਲੱਖੂ ਜੀ ਫਿਰ ਛੱਡਣ ਦੇ ਜੀ ਰਾਤ ਦੇ ਸਮੇਂ। ਹਾਂਜੀ ਸਤਰਣ ਸਰੀਰ ਗਨ ਫੋਰ ਤੇ ਫੋਰ। ਦੁਸ਼ਮਣਾਂ ਦੇ ਸ਼ਰੀਰਾਂ ਨੂੰ ਵਿੰਨੀ ਜਾਂਦੇ ਜੀ ਉਹ ਤੀਰ। ਹਾਂਜੀ ਗਨ ਤੁਰਕ ਜਹੇਲਾ ਘਾਲ ਘਾਲ। ਹਾਂਜੀ ਹੈ ਸੂਰ ਮਾਰ ਸ਼ਿਤ ਡਾਲ ਡਾਲ। ਭਾਈ ਲੱਖੂ ਜੀ ਨੇ ਰਾਤੀ ਬੜੀ ਫੌਜ ਮਾਰ ਸੁੱਟੀ ਜੀ। ਕੱਢ ਕੇ ਆਖੋ ਵਾਹਿਗੁਰੂ। ਰਾਤ ਨੂੰ ਅੱਧੀ ਕਈ ਫੌਜ ਮਾਰ ਸੁੱਟੀ ਜੀ। ਮਾਰ ਮਾਰ ਕੇ ਲਾਸ਼ਾਂ ਤੇ ਲਾਸ਼ਾਂ ਕਰ ਦਿੱਤੀਆਂ ਜੀ। ਐਵੇਂ ਥੋੜੀ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਘੱਲਿਆ ਜੀ। ਕੱਢ ਕੇ ਆਖੋ ਵਾਹਿਗੁਰੂ। ਵਾਹਿਗੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਸੰਗਤ ਜੀ, ਪੰਛੀ ਨੂੰ ਥਾਪੜਾ ਦੇ ਦੇਣ ਤੇ ਉਹ ਨਹੀਂ ਮਾਰਦਾ ਜੀ ਕਦੀ ਜੀ। ਤੇ ਜੇ ਬੰਦੇ ਨੂੰ ਥਾਪੜਾ ਦੇ ਦੇਣ ਤੇ ਫਿਰ ਕਿੱਡੀ ਵੱਡੀ ਗੱਲ ਹੋਏਗੀ ਜੀ। ਹਾਂਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਰੱਖਿਆ ਸੀ ਹੱਥ। ਭਾਈ ਲੱਖੂ ਜੀ ਨੇ ਰਾਤੀ ਬੜੀਆਂ ਫੌਜਾਂ ਮਾਰ ਸੁੱਟੀਆਂ ਜੀ ਉਹਨਾਂ ਦੀਆਂ ਜੀ। ਹਾਂਜੀ ਕਮਸਾਨ ਘਣੋ ਕਰ ਬਾਰ ਬਾਰ। ਹਾਂਜੀ ਜੇ ਪਰਹਿ ਆਏ ਤਿਨ ਮਾਰ ਮਾਰ। ਤੇ ਗੁਰਮੁਖੋ ਫਿਰ ਜਿਹੜਾ ਸਾਹਮਣੇ ਆਉਂਦਾ ਸੀ ਮਾਰੀ ਜਾਂਦੇ ਸੀ। ਮਾਰ ਕਟਾਈ ਬਹੁਤ ਹੁੰਦੀ ਜੀ। ਹੁਣ ਰਾਤ ਨੂੰ ਜੰਗ ਹੁੰਦੀ ਹੈ। ਅਗਲੇ ਦਿਨ ਦੀ ਜਿਹੜੀ ਜੰਗ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਫਿਰ ਸਵੇਰੇ ਹੁਣ ਗੁਰੂ ਸਾਹਿਬ ਨੇ ਵੀ ਆਉਣਾ ਜੰਗ ਵਿੱਚ ਜੀ। ਬਾਬਾ ਬਿਧੀ ਚੰਦ ਜੀ ਦੇ ਮੱਥੇ ਵਿੱਚ ਤੀਰ ਵੱਜਣਾ ਜੀ। ਬਾਬਾ ਜੀ ਦੇ, ਬਾਬਾ ਜੀ ਨੇ ਪਰਵਾਹ ਹੀ ਨਹੀਂ ਕਰਨੀ। ਬਾਬਾ ਜੀ ਨੇ ਕਹਿਣਾ ਆਓ ਦੁਸ਼ਟੋ, ਫੜ ਕੇ ਕੱਢ ਕੇ ਫਿਰ ਮਾਰੀ ਗਏ ਜੀ ਉਹਨਾਂ ਨੂੰ। ਬਾਬਾ ਗੁਰਦਿੱਤਾ ਜੀ ਨੇ ਲੜਨਾ। ਫਿਰ ਹੋਰ ਸੁਣੋ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਜੰਗ ਕਰਨਾ ਜੀ। ਮਾਤਾ ਗੁਜਰੀ ਦੀ ਵੀ ਅਰਦਾਸਾਂ ਇੱਕ ਬੰਨੇ ਕਰਨ ਦੇ, ਗੁਰੂ ਘਰ ਦੀ ਜਿੱਤ ਹੋਵੇ ਜੀ। ਹਾਂਜੀ ਜਿਹੜਾ ਅਸਮਾਨ ਖਾਂ ਨਾ ਪੈਂਦੇ ਖਾਂ ਦਾ ਜਵਾਈ, ਉਹ ਤੇ ਗੁਰੂ ਹਰਗੋਬਿੰਦ ਸਾਹਿਬ ਹਮ ਉਮਰ ਸੀਗੇ ਜੀ। ਅਸਮਾਨ ਖਾਂ ਨੂੰ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਰਨਾ ਜੀ। ਆ ਜਾ ਦੁਸ਼ਟਾ ਤੈਨੂੰ ਨਾਸ ਮੈਂ ਕਰਦਾ।
हाँ जी, बड़ा वधिया जंग जी। फिर पैंदे खान ने लड़ना गुरु हरगोबिंद साहब नाल जी, ते ओनू मारदे होए नू भी गुरु जी ने बचाउणा जी। ये सारा कुछ फिर आपां कल नू सरवण करांगे। सच्चे पातशाह मेहरां करन, किरपा करन। जंग दी कथा हुण तुसीं ये ना आखिओ भी छेती छेती कढ दे, हुण प्रेम ना सुणिओ जी। हाँ जी, ਜਿਹੜੇ ਜਿਹੜੇ ਸਿੱਖਿਆਦਾਇਕ ਪ੍ਰਸੰਗ ਨੇ ਮੈਂ ਵਿੱਚ ਵਿੱਚ ਉਹ ਕਰਾਂਗਾ। ਬੜੇ ਪ੍ਰੇਮ ਦੇ ਨਾਲ ਆਪ ਜੀ ਸਰਵਣ ਕਰਿਓ। ਤੇ ਹੁਣ ਅੰਦਰ ਦੀ ਜੰਗ ਵੀ ਕਰ ਲਓ। ਅੱਜ ਕੇ ਆਖੋ ਵਾਹਿਗੁਰੂ। ਅੰਦਰ ਦੀ ਜੰਗ ਦਾ ਭਾਵ ਇਹ ਹੈ, ਅੰਦਰ ਦੇ ਵੈਰੀ ਉਰੋਂ ਮਰਨੇ ਜਦੋਂ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ। ਜਦੋਂ ਵਾਹਿਗੁਰੂ ਵਾਹਿਗੁਰੂ ਜਪਾਂਗੇ ਸੋ ਉਹ ਬੜੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪੋ। ਤੇ ਇਧਰ ਅੰਮ੍ਰਿਤ ਵੇਲਾ ਜੰਗ ਹੁੰਦੀ ਹੈ। बड़े सारे तुरकां नूं मार सुटिया जी भाई लखू जी ने, ते भाई लखू जी दे सिखां ने जी। हाँ जी, हुण इहदे तो अगे जिहड़ा प्रसंग है वो आपां कल नूं सरवण करांगे। सब सिख संगतां नेत्र करो बंद, ध्यान जोड़ो, सुरतियां जोड़ो गुरु हरगोबिंद साहब दे चरनां विच, ते प्रेम नाल गज के आखो वाहिगुरू। ऐ सुरत जोड़ो, सुरत नाम विच रहे। प्रेम नाल आखो वाहिगुरू 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 वाहिगुरू। गज के आखो वाहिगुरू 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 वाहिगुरू। सच्चे पातशाह करन किरपा दया करन। अजे ते रात दी जंग ही सुनी है, दिन दी जंग ते आउणी है जी। ते दिने बड़े दुष्टां दा नाश करना जी। हाँ जी, हुण इहदे तो अगे आपां कल नूं प्रसंग सरवण करांगे। होइयां बेअंत प्रकार दीयां भुल्लां चुकां दी आप सब संगत दी खिमा बख्श दिओ जी। दोवें हथ जोड़ो। जिवें जंग विच उच्ची उच्ची बाणी पढ़दे ना जी, उवें फतेह बुलाउणी चाहिए। सीधे होवो, लक सीधा होएगा आपे आवाज ज्यादा निकलेगी जी। हाँ जी, सारे गज के फतेह बुलाओ जी। वाहिगुरू जी का खालसा वाहिगुरू जी की फतेह।